ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ ਕਿ ਮਿਹਰਬਾਨ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂਦੇਵ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ ਔਰ ਟੋਕਰੀ ਢੋਣ ਦੀ ਸੇਵਾ ਖੁਦ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਆਪ ਵੀ ਕਰ ਰਹੇ ਹਨ। ਸਤਿਗੁਰਾਂ ਦੇ ਕੁਝ ਸੰਬੰਧੀ ਰਿਸ਼ਤੇਦਾਰ, ਕੋਈ ਚਾਚਾ ਹੈ, ਕੋਈ ਤਾਇਆ ਹੈ, ਕੋਈ ਮਿੱਤਰ ਹੈ, ਕੋਈ ਭਰਾ ਹੈ, ਲਾਹੌਰ ਤੋਂ ਆਏ ਨੇ। ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਜਦੋਂ ਉਹਨਾਂ ਵੇਖਿਆ ਕਿ ਸਿਰ ਤੇ ਮਿੱਟੀ ਦੀ ਟੋਕਰੀ ਰੱਖੀ ਹੈ ਔਰ ਟੋਕਰੀ ਢੋ ਰਹੇ ਨੇ, ਵੇਖ ਕੇ ਕੁਝ ਕੁ ਤਾਂ ਹੱਸੇ ਉਹਨਾਂ ਨੇ ਮਜ਼ਾਕ ਸਮਝ ਕੇ, ਤੇ ਜਿਹੜੇ ਕੁਝ ਬਜ਼ੁਰਗ ਸੀ ਉਹਨਾਂ ਨੇ ਗੁਰੂ ਰਾਮਦਾਸ ਸਾਹਿਬ ਨਾਲ ਗੁੱਸਾ ਕੀਤਾ ਕਿ ਤੂੰ ਤਾਂ ਸਾਡੀ ਕੁੱਲ ਨੂੰ ਲਾਜ ਲਾ ਰਿਹਾ ਹੈ, ਸਾਡਾ ਸੋਢੀਆਂ ਦਾ ਬੰਸ ਹੈ, ਬੜਾ ਉੱਤਮ ਹੈ, ਤੇ ਤੂੰ ਆਪਣੇ ਸਹੁਰੇ ਘਰ ਆ ਕੇ ਇਹ ਕਿਰਤ ਕਰ ਰਿਹਾ ਹੈ, ਸਿਰ ਤੇ ਮਿੱਟੀ ਦੀ ਟੋਕਰੀ ਭਰ ਕੇ ਢੋ ਰਿਹਾ ਹੈ। ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹਨਾਂ ਬਜ਼ੁਰਗਾਂ ਨੂੰ, ਇਹ ਗੁਰੂ ਘਰ ਦੀ ਸੇਵਾ ਬੜਿਆਂ ਭਾਗਾਂ ਨਾਲ ਮਿਲਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਭੇਦ ਨੂੰ ਤੁਸੀਂ ਨਹੀਂ ਜਾਣਦੇ। ਉਹ ਦੀਨ ਤੇ ਦੁਨੀਆ ਦੇ ਮਾਲਕ ਨੇ। ਉਹਨਾਂ ਦੀ ਇਹ ਜਿਹੜੀ ਸੇਵਾ ਮੈਨੂੰ ਪ੍ਰਾਪਤ ਹੋਈ ਹੈ, ਇਹ ਸੇਵਾ ਕੋਈ ਪੂਰਬਲੇ ਜਨਮ ਦਾ ਕਰਮ ਜਾਗਿਆ ਹੈ, ਉਹਦੇ ਕਰਕੇ ਪ੍ਰਾਪਤ ਹੋਈ ਹੈ। ਗੁਰੂ ਸਾਹਿਬ ਨਾਲ ਬਚਨ ਕਰਕੇ ਇਹ ਗੁਰੂ ਅਮਰਦਾਸ ਸਾਹਿਬ ਕੋਲ ਆਏ ਤੇ ਮਹਾਰਾਜ ਜੀ ਨੂੰ ਵੀ ਆ ਕੇ ਉਲਾਂਭਾ ਦੇਣ ਲੱਗੇ ਵੀ ਤੁਸੀਂ ਸਾਡੇ ਬੱਚੇ ਨੂੰ ਕਿਹੜੇ ਕੰਮ ਲਾਇਆ ਹੋਇਆ, ਤੁਸੀਂ ਤਾਂ ਸਾਡੀ ਕੁੱਲ ਨੂੰ ਨੀਵਾਂ ਕਰ ਦਿੱਤਾ ਹੈ। ਇਹਨੇ ਨੂੰ ਸ਼੍ਰੀ ਰਾਮਦਾਸ ਜੀ ਵੀ ਉੱਥੇ ਆ ਗਏ ਤੇ ਗੁਰੂ ਸਾਹਿਬ ਵੱਲ ਵੇਖ ਕੇ ਕਹਿੰਦੇ, ਇੱਕ ਆ ਹੈ ਜਿਹੜਾ ਸਾਡੀ ਕੁੱਲ 'ਚ ਜਨਮਿਆ ਤੇ ਸਾਡੀ ਕੁੱਲ ਨੀਵੀਂ ਕਰ ਦਿੱਤੀ। ਧੰਨ ਗੁਰੂ ਅਮਰਦਾਸ ਸਾਹਿਬ ਨੇ ਸ਼੍ਰੀ ਰਾਮਦਾਸ ਜੀ ਵੱਲ ਨਿਗਾਹ ਮਾਰ ਕੇ ਵੇਖਿਆ ਵੀ ਇਹਨਾਂ 'ਚ ਕੋਈ ਮਾਣ ਨਹੀਂ, ਕੋਈ ਹੰਕਾਰ ਨਹੀਂ, ਬਿਲਕੁਲ ਨਿਮਾਣੇ ਹੋ ਕੇ ਖੜੇ ਹਨ। ਉਸ ਵਕਤ ਬੋਲੇ, ਕਹਿਣ ਲੱਗੇ ਵੀ ਤੁਸੀਂ ਇਹ ਜਾਣ ਲਓ ਵੀ ਜੋ ਤੁਸੀਂ ਕਹਿੰਦੇ ਹੋ ਵੀ ਇਹਦੇ ਸਿਰ ਤੇ ਮਿੱਟੀ, ਇਹ ਮਿੱਟੀ ਨਹੀਂ, ਦਰਅਸਲ ਇਹਦੇ ਸਿਰ ਤੇ ਚੱਕਰਵਰਤੀ ਛਤਰ ਹੈ। ਅਸੀਂ ਲੋਕ ਪਰਲੋਕ ਦਾ ਛਤਰ ਇਹਨਾਂ ਦੇ ਸੀਸ ਤੇ ਝੁਲਾਇਆ ਹੈ, ਤੇ ਤੁਸੀਂ ਕਹਿੰਦੇ ਹੋ ਮਿੱਟੀ ਪਈ ਹੈ, ਮਿੱਟੀ ਤੁਹਾਡੇ ਸਿਰ 'ਚ ਪਈ ਹੋਈ। ਇਹ ਵੀ ਜਾਣ ਲਓ ਵੀ ਜੇ ਕਿਤੇ ਗੁਰੂ ਰਾਮਦਾਸ ਜੀ ਤੁਹਾਡੀ ਕੁੱਲ 'ਚ ਜਨਮ ਨਾ ਲੈਂਦੇ ਤੇ ਤੁਹਾਡੇ ਤਾਂ ਪਿੱਤਰ ਲੋਕ ਵਿੱਚੋਂ ਪਿੱਤਰ ਵੀ ਕੱਢ ਕੇ ਨਰਕਾਂ 'ਚ ਸੁੱਟ ਦੇਣੇ ਸੀ। ਇਹਨਾਂ ਦੇ ਅਵਤਾਰ ਧਾਰਨ ਕਰਕੇ ਤੁਹਾਡੇ ਪਿੱਤਰ ਵੀ ਤਰ ਗਏ ਹਨ। ਤੁਹਾਡੀ ਕੁੱਲ ਨੂੰ ਲਾਜ ਨਹੀਂ ਲੱਗੀ, ਸਗੋਂ ਤੁਹਾਡੀ ਕੁੱਲ ਨੂੰ ਵਡਿਆਈ ਮਿਲੀ, ਸੋਢੀਆਂ ਦੀ ਕੁੱਲ ਉੱਚੀ ਹੋਈ। ਗੁਰੂ ਰਾਮਦਾਸ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਆਖਿਆ, ਰਾਮਦਾਸ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ ਕਿ ਤੁਸੀਂ ਗੁਰੂ ਘਰ ਦੀ ਸੇਵਾ ਬੜੇ ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਕਰ ਰਹੇ ਹੋ। ਤੇ ਇਹ ਮਾਣ ਸ੍ਰੀ ਰਾਮਦਾਸ ਜੀ ਪ੍ਰਾਪਤ ਕਰਕੇ ਹੋਰ ਨੀਵੇਂ ਹੋ ਗਏ।
ਜਿਵੇਂ ਕਿਸੇ ਦਰਖਤ ਦੀ ਟਹਿਣੀ ਨੂੰ ਫਲ ਲੱਗਦਾ ਤੇ ਉਹ ਦਰਖਤ ਦੀ ਟਹਿਣੀ ਹੋਰ ਝੁਕ ਜਾਂਦੀ ਹੈ। ਜਦੋਂ ਸਤਿਗੁਰਾਂ ਨੇ ਮਾਣ ਦਿੱਤਾ, ਵਡਿਆਈ ਦਿੱਤੀ ਤੇ ਵਡਿਆਈ ਪ੍ਰਾਪਤ ਕਰਕੇ ਸ਼੍ਰੀ ਰਾਮਦਾਸ ਜੀ ਹੋਰ ਝੁਕ ਗਏ। ਅੱਗੇ ਹੀ ਨੀਵੇਂ ਸਨ, ਨਿਮਰਤਾ ਸਹਿਤ ਸਨ, ਹੋਰ ਨਿਮਰਤਾ ਸਹਿਤ ਹੋ ਗਏ। ਔਰ ਇਹ ਜਿੰਨੇ ਸਾਖ ਸੰਬੰਧੀ ਆਏ ਸੀ, ਇਹ ਗੋਇੰਦਵਾਲ ਸਾਹਿਬ ਤੋਂ ਵਿਦਾ ਹੋ ਕੇ ਅੱਗੇ ਇਹਨਾਂ ਨੇ ਗੰਗਾ ਦੀ ਯਾਤਰਾ ਨੂੰ ਜਾਣਾ ਸੀ, ਉਧਰ ਨੂੰ ਚਲੇ ਗਏ। ਔਰ ਗੁਰੂ ਘਰ ਦੇ ਵਿੱਚ ਜਿਵੇਂ ਸਤਿਗੁਰਾਂ ਦੇ ਦਰਬਾਰ ਵਿੱਚ ਸੇਵਾ ਹੋ ਰਹੀ ਹੈ, ਹੋਰ ਕੁਝ ਪ੍ਰਸੰਗ ਨੇ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸਤਨਾਮ ਸ਼੍ਰੀ ਦੁਇਰਾ ਅਤ ਆਚਾਰੀ ਵੈਸ਼ਨੋ ਮਾਈ ਦਾਤ ਸੁਨਾਮ। ਖਾਲਸਾ ਜੀ ਇੱਕ ਬਹੁਤ ਹੀ ਉੱਚਾ ਸੁੱਚਾ ਆਚਰਣ ਰੱਖਣ ਵਾਲਾ, ਸੁੱਚ ਦਾ ਪਹਿਰਾ ਰੱਖਣ ਵਾਲਾ ਵੈਸ਼ਨੂ ਧਰਮ ਦਾ ਧਾਰਨੀ ਸੀ। ਵੈਸ਼ਨਵ ਇਹਦਾ ਮਤ ਸੀ ਤੇ ਵੈਸ਼ਨਵ ਮਤ ਕਰਕੇ ਇਹ ਖਾਣਾ ਪੀਣਾ ਵੀ ਆਪਣੇ ਹੱਥੀਂ ਬਣਾਉਂਦਾ ਸੀ, ਚੌਂਕਾ ਲਿਪ ਕੇ ਫਿਰ ਉਹਦੇ ਵਿੱਚ ਬਹਿ ਕੇ ਛਕਦਾ ਸੀ। ਤੇ ਇਹ ਵੈਸ਼ਨਵ ਹੈ ਔਰ ਅਤ ਆਚਾਰਵੰਤੀ ਹੈ, ਆਚਰਣ ਧਾਰਨ ਕਰਨ ਵਾਲਾ ਹੈ, ਔਰ ਇਹਦਾ ਨਾਮ ਮਾਈ ਦਾਸ ਹੈ। ਭਗਤ ਕਰਤ ਸ਼੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸ਼ਕਾਮ। ਇਹ ਜਿਹੜਾ ਮਾਈ ਦਾਸ ਵੈਸ਼ਨੂ ਹੈ, ਇਹ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਕਰਦਾ, ਹਰੇ ਕ੍ਰਿਸ਼ਨ ਕਹਿ ਕੇ ਉਹਨਾਂ ਨੂੰ ਆਰਾਧਦਾ। ਕ੍ਰਿਸ਼ਨ ਜੀ ਦਾ ਭਗਤ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ, ਭਗਤ ਸੂਰਦਾਸ ਜੀ ਵਰਗੇ ਜਿਹੜੇ ਮਹਾਂਪੁਰਖ ਨੇ, ਉਹ ਵੀ ਕ੍ਰਿਸ਼ਨ ਜੀ ਦੇ ਭਗਤ ਸੀ। ਇਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ। ਭਗਤ ਨਾਮਦੇਵ ਜੀ ਉਹ ਵੀ ਕ੍ਰਿਸ਼ਨ ਭਗਤ ਸਨ। ਸੋ ਇਹ ਜਿਹੜਾ ਮਾਈ ਦਾਸ ਹੈ, ਇਹ ਵੈਸ਼ਨੂ ਹੈ। ਔਰ ਇਹ ਵੈਸ਼ਨਵ ਜਿਹੜਾ ਸੀ, ਇਹ ਆਚਾਰ ਵਾਲਾ ਸੀ, ਚੰਗਾ ਉੱਚਾ ਆਚਰਣ ਰੱਖਦਾ ਸੀ। ਜਿਵੇਂ ਵੈਸ਼ਨੂਆਂ ਦਾ ਆਚਰਣ ਹੁੰਦਾ ਹੈ, ਉਹਦੇ ਮੁਤਾਬਕ ਤਿਲਕ ਲਾਉਣੇ, ਜਨੇਊ ਪਾਉਣਾ ਤੇ ਲੰਗਰ ਪ੍ਰਸ਼ਾਦਾ ਵੀ ਜਿਹੜਾ ਉਹ ਸੁਚਮਤਾ ਨਾਲ ਛਕਣਾ, ਇਦਾਂ ਦੀ ਇਹਦੀ ਬਿਰਤੀ ਸੀ। ਔਰ ਇਹਦਾ ਆਚਰਣ ਜਿੱਥੇ ਬਹੁਤ ਉੱਚਾ, ਉੱਥੇ ਇਹ ਭਗਵਾਨ ਕ੍ਰਿਸ਼ਨ ਦਾ ਭਗਤ ਸੀ। ਪ੍ਰੇਮ ਸਹਿਤ ਨਿਸ਼ਕਾਮ ਹੋ ਕੇ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ ਕਰਦਾ ਸੀ। ਜੋ ਪਈ ਸੰਤਨ ਕੀ ਸੰਗਤ ਨਿਤ ਕਰੇ, ਕ੍ਰਿਸ਼ਨ ਕ੍ਰਿਸ਼ਨ ਮੁਖ ਮੈਂ ਜਪ ਧਰੇ। ਔਰ ਮਾਈ ਦਾਸ ਵੈਸ਼ਨੂ ਕੀ ਕਰਦਾ ਹੈ? ਮਹਾਂਪੁਰਖਾਂ ਸੰਤਾਂ ਦੀ, ਸਾਧੂਆਂ ਦੀ ਸੰਗਤ ਕਰਦਾ। ਜਿਹੜੇ ਬੰਦਗੀ ਵਾਲੇ ਮਹਾਂਪੁਰਖ ਨੇ, ਸਾਧੂ ਨੇ, ਉਹਨਾਂ ਦੀ ਸੰਗਤ ਕਰਨੀ। ਔਰ ਉਹਨਾਂ ਦੀ ਸੰਗਤ ਕਰਕੇ ਮਾਈ ਦਾਸ ਹਰੇ ਕ੍ਰਿਸ਼ਨ 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 ਇਹ ਜਾਪ ਆਪਣੀ ਰਸਨਾ ਤੋਂ ਕਰਦਾ ਹੈ। ਹਰ ਵੇਲੇ ਆਪਣੀ ਰਸਨਾ ਤੋਂ ਭਗਵਾਨ ਕ੍ਰਿਸ਼ਨ ਜੀ ਦਾ ਨਾਮ ਜਪਦਾ ਹੈ। ਮੋਰ ਮੁਕਟ ਪੀਤਾੰਬਰ ਧਾਰੇ, ਇਸੀ ਧਿਆਨ ਕੇ ਮਨ ਆਧਾਰੇ। ਜਿਨ੍ਹਾਂ ਦੇ ਮੁਕਟ ਦੇ ਵਿੱਚ ਮੋਰ ਦਾ ਖੰਭ ਲੱਗਾ, ਭਗਵਾਨ ਕ੍ਰਿਸ਼ਨ ਜੀ ਦੇ ਸੀਸ ਤੇ ਜਿਹੜਾ ਮੁਕਟ ਹੈ, ਉਹਦੇ ਵਿੱਚ ਮੋਰ ਖੰਭ ਹੈ, ਮੋਰ ਦਾ ਪੰਖ ਹੈ। ਮੋਰ ਦੇ ਖੰਭ ਵਾਲਾ ਮੁਕਟ ਸੀਸ ਤੇ ਸਜਾਇਆ ਹੋਇਆ, ਔਰ ਸਰੀਰ ਤੇ ਪੀਤਾੰਬਰ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਨੇ। ਇਹੋ ਜੀ ਜਿਹੜੀ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਹੈ, ਇਹੋ ਜਿਹਾ ਜੋ ਭਗਵਾਨ ਕ੍ਰਿਸ਼ਨ ਜੀ ਦਾ ਸਰੂਪ ਹੈ, ਉਸ ਸਰੂਪ ਦਾ ਧਿਆਨ ਮਾਈ ਦਾਸ ਵੈਸ਼ਨੋ ਆਪਣੇ ਹਿਰਦੇ ਵਿੱਚ ਧਾਰਨ ਕਰਦਾ ਹੈ। ਨਿਸ ਦਿਨ ਸਿਮਰੈ ਅਪਰ ਨ ਕਾਮ, ਮਨ ਕੀ ਲਿਵ ਚਿਤਵਤ ਘਨ ਸ਼ਿਆਮ। ਨਿਸ ਦਿਨ ਰਾਤ ਦਿਨ ਹਰ ਵੇਲੇ ਸਿਮਰਨ ਕਰਦਾ ਰਹਿੰਦਾ ਹੈ, ਹਰ ਵੇਲੇ ਭਗਵਾਨ ਜੀ ਦਾ ਸਿਮਰਨ ਕਰਦਾ ਰਹਿੰਦਾ ਹੈ। ਹੋਰ ਕੋਈ ਕਾਮਨਾ ਇਹਦੇ ਮਨ ਦੇ ਵਿੱਚ ਨਹੀਂ ਆਉਂਦੀ। ਰਾਤ ਦਿਨ ਮਨ ਦੀ ਜਿਹੜੀ ਲਿਵ ਹੈ, ਉਹ ਘਨ ਸ਼ਿਆਮ। ਭਗਵਾਨ ਕ੍ਰਿਸ਼ਨ ਜੀ ਦੇ ਕਈ ਨਾਂ ਨੇ, ਉਹਨਾਂ ਵਿੱਚੋਂ ਇੱਕ ਨਾਂ ਉਹਨਾਂ ਦਾ ਘਨ ਸ਼ਿਆਮ ਵੀ ਹੈ। ਘਨ ਸ਼ਿਆਮ ਦੇ ਨਾਮ ਨਾਲ ਆਪਣੇ ਮਨ ਦੀ ਲਿਵ ਉਹ ਮਾਈ ਦਾਸ ਵੈਸ਼ਨੂ ਜੋੜ ਕੇ ਰੱਖਦਾ ਹੈ। ਕਮਲ ਪੱਤਰ ਬਿਸਤਰਤ ਬਿਲੋਚਨ, ਕੁੰਡਲ ਗੰਢ ਸਥਲ ਦੁਖ ਮੋਚਨ। ਇਹੋ ਜਿਹਾ ਸਰੂਪ ਭਗਵਾਨ ਕ੍ਰਿਸ਼ਨ ਜੀ ਦਾ ਆਪਣੇ ਮਨ 'ਚ ਚਿਤਵਦਾ ਰਹਿੰਦਾ ਵੀ ਭਗਵਾਨ ਜੀ ਦਾ ਸਰੂਪ ਕਿਹੋ ਜਿਹਾ ਸੀ।
ਉਹਨਾਂ ਨੇ ਆਪਣੇ ਕੰਨਾਂ ਦੇ ਵਿੱਚ ਕੁੰਡਲ ਧਾਰਨ ਕੀਤੇ ਹੋਏ ਨੇ ਔਰ ਉਹ ਕੁੰਡਲ ਉਹਨਾਂ ਦੇ ਕੰਨਾਂ ਵਿੱਚ ਪਾਏ ਹੋਏ ਗਲੇ ਤੱਕ ਲਟਕਦੇ ਨੇ। ਬਹੁਤ ਹੀ ਸੁੰਦਰ ਉਹਨਾਂ ਦਾ ਸਰੂਪ ਹੈ, ਬਹੁਤ ਹੀ ਸੋਹਣਾ ਉਹਨਾਂ ਦਾ ਸਰੂਪ। ਭਗਵਾਨ ਕ੍ਰਿਸ਼ਨ ਜੀ ਦਾ ਜਿਹੜਾ ਸਰੂਪ ਸੀ ਵਾਕਈ ਬਹੁਤ ਸੁੰਦਰ ਸਨ, ਬਹੁਤ ਹੀ ਸੁੰਦਰ ਸਰੂਪ ਸੀ ਉਹਨਾਂ ਦਾ। ਤੇ ਉਸ ਵਕਤ ਮਾਈ ਦਾਸ ਆਪਣੇ ਅੰਦਰ ਉਹਨਾਂ ਦਾ ਧਿਆਨ ਧਾਰਦਾ ਕਿ ਭਗਵਾਨ ਜੀ ਨੇ ਆਪਣੇ ਕੰਨਾਂ ਦੇ ਵਿੱਚ ਕੁੰਡਲ ਧਾਰਨ ਕੀਤੇ ਹੋਏ ਨੇ ਔਰ ਉਹ ਜਿਹੜੇ ਕੁੰਡਲ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਲਟਕਦੇ ਹਨ। ਮੰਦ ਮੰਦ ਸੁੰਦਰ ਮੁਸਕਾਵਨ, ਭਗਤਨ ਕੇ ਚਿਤ ਚੌਂਪ ਬਦਾਵਨ। ਔਰ ਭਗਵਾਨ ਕ੍ਰਿਸ਼ਨ ਜੀ ਦੀਆਂ ਜਿਹੜੀਆਂ ਅੱਖਾਂ ਨੇ ਉਹ ਕਮਲ ਦੇ ਪੱਤਰ ਸਮਾਨ ਬੜੀਆਂ ਕੋਮਲ ਨੇ। ਸਵਈਆਂ ਵਿੱਚ ਵੀ ਭਗਵਾਨ ਕ੍ਰਿਸ਼ਨ ਜੀ ਦੀ ਸੁੰਦਰਤਾ ਬਾਰੇ ਭੱਟਾਂ ਨੇ ਵਰਣਨ ਕੀਤਾ ਹੈ। ਕਵਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸ਼ੋਦ, ਜਿਸੈ ਦਹੀਂ ਭਾਤ ਖਾਏ ਜੀਓ। ਇਹਦੇ ਚ ਭਗਵਾਨ ਕ੍ਰਿਸ਼ਨ ਦੀ ਉਪਮਾ ਹੀ ਹੈ ਨਾ ਕਿ ਜਿਨ੍ਹਾਂ ਦੇ ਕਵਲ ਵਰਗੇ ਸੋਹਣੇ ਨੇਤਰ ਨੇ। ਮਾਤਾ ਜਸ਼ੋਦਾ ਜਿਨ੍ਹਾਂ ਦੀ ਮਾਂ ਹੈ ਔਰ ਉਹ ਆਪਣੇ ਲਾਲ ਨੂੰ ਦਹੀਂ ਭਾਤ ਖਵਾ ਕੇ ਤ੍ਰਿਪਤ ਕਰਦੀ ਹੈ। ਉਹਦੇ ਵਿੱਚ ਵੀ ਕਮਲ ਦੇ ਫੁੱਲਾਂ ਦੇ ਪੱਤਰ ਸਮਾਨ ਉਹਨਾਂ ਦੇ ਨੇਤਰ ਦੱਸੇ ਨੇ। ਗੁਰਬਾਣੀ ਵਿੱਚ ਵੀ ਇਹ ਬਚਨ ਆਉਂਦਾ ਭੱਟਾਂ ਦੇ ਸਵਈਆਂ 'ਚ। ਇੱਥੇ ਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਵੀ ਮਾਈ ਦਾਸ ਵੈਸ਼ਨੋ ਜਿਹੜਾ ਹੈ ਉਹ ਭਗਵਾਨ ਜੀ ਦਾ ਜਿਹੜਾ ਸਰੂਪ ਹੈ ਉਹਨੂੰ ਇਸ ਤਰ੍ਹਾਂ ਚਿਤਵਦਾ ਵੀ ਉਹਨਾਂ ਦੇ ਨੇਤਰ ਜਿਹੜੇ ਨੇ ਉਹ ਕਮਲ ਦੀਆਂ ਪੰਖੜੀਆਂ ਦੇ ਸਮਾਨ ਦੁੱਖਾਂ ਨੂੰ ਖਤਮ ਕਰਨ ਵਾਲੇ ਨੇ। ਔਰ ਮੰਦ ਮੰਦ ਸਹਿਜੇ ਸਹਿਜੇ ਬਹੁਤ ਹੀ ਸੁੰਦਰ ਉਹਨਾਂ ਦੀ ਮੁਸਕਰਾਹਟ ਹੈ ਔਰ ਭਗਤਾਂ ਦੇ ਹਿਰਦਿਆਂ ਦੀ ਚੌਂਪ ਵਧਾਉਣ ਵਾਲੇ, ਭਗਤਾਂ ਦੇ ਹਿਰਦਿਆਂ ਦਾ ਉਤਸ਼ਾਹ ਵਧਾਉਣ ਵਾਲੇ ਹਨ। ਐਸੋ ਧਿਆਨ ਵਿਖੈ ਮਨ ਲਾਗਾ, ਸਿਮਰੈ ਨਾਮ ਸਦਾ ਅਨੁਰਾਗਾ। ਇਹੋ ਜਿਹੇ ਭਗਵਾਨ ਜੀ ਦੇ ਨਾਮ ਦੇ ਵਿੱਚ ਮਨ ਲੱਗਾ ਹੋਇਆ ਮਾਈ ਦਾਸ ਵੈਸ਼ਨੋ ਦਾ। ਹਰ ਵੇਲੇ ਭਗਵਾਨ ਜੀ ਦੇ ਨਾਮ ਦੇ ਵਿੱਚ ਹੀ ਆਪਣੀ ਸੁਰਤ ਜੋੜ ਕੇ ਰੱਖਦੇ ਨੇ। ਨਿਸ ਦਿਨ ਰਾਤ ਦਿਨ ਹਰੇ ਕ੍ਰਿਸ਼ਨ ਇਹੀ ਜਾਪ ਆਪਣੀ ਰਸਨਾ ਤੋਂ ਜਪਦੇ ਹਨ। ਤਿਨ ਸ਼੍ਰੀ ਅਮਰ ਮਹਾਤਮ ਸੁਨਿਓ, ਬੋ ਗੁਰ ਸਿੱਖਨ ਤੇ ਸੋ ਭਨਿਓ। ਬੜੇ ਪ੍ਰੇਮ ਨਾਲ ਭਗਵਾਨ ਜੀ ਦਾ ਨਾਮ ਹਰ ਵੇਲੇ ਜਪਦੇ ਰਹਿੰਦੇ ਮਾਈ ਦਾਸ ਜੀ। ਮਾਈ ਦਾਸ ਵੈਸ਼ਨੂ ਨੂੰ ਕਿਸੇ ਗੁਰਸਿੱਖਾਂ ਦੀ ਸੰਗਤ ਮਿਲੀ। ਉਹਨਾਂ ਗੁਰਸਿੱਖਾਂ ਦੇ ਕੋਲੋਂ ਮਾਈ ਦਾਸ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਤੀਸਰੇ ਮਾਲਕ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਹਨ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਉਹ ਗੁਰਸਿੱਖਾਂ ਦੇ ਪਾਸੋਂ, ਗੁਰਸਿੱਖਾਂ ਦੇ ਕੋਲੋਂ ਮਾਈ ਦਾਸ ਵੈਸ਼ਨੂ ਨੇ ਸੁਣੀ ਹੈ। ਚਾਹਤ ਦਰਸ਼ਨ ਕੋ ਦਿਨ ਬੀਤੇ, ਕਬ ਕਬ ਚਲਨ ਠਠੈ ਨਿਜ ਚੀਤੇ। ਬਹੁਤ ਸਾਰੇ ਗੁਰਸਿੱਖਾਂ ਨੇ ਮਾਈ ਦਾਸ ਨੂੰ ਦੱਸਿਆ, ਮਾਈ ਦਾਸ ਜੀ ਜੇ ਤੁਹਾਡੇ ਮਨ ਦੇ ਵਿੱਚ ਅਭਿਲਾਖਾ ਹੈ ਪਰਮੇਸ਼ਰ ਨੂੰ ਮਿਲਣ ਦੀ ਤੇ ਤੁਸੀਂ ਗੁਰੂ ਅਮਰਦਾਸ ਸਾਹਿਬ ਦੇ ਜਾ ਕੇ ਦਰਸ਼ਨ ਕਰੋ, ਉਹਨਾਂ ਦੀ ਸੰਗਤ ਕਰੋ। ਤੇ ਬੜੇ ਗੁਰਸਿੱਖਾਂ ਨੇ ਮਾਈ ਦਾਸ ਨੂੰ ਇਹ ਗੱਲ ਕਹੀ ਸੀ। ਤੋ ਮਾਈ ਦਾਸ ਦੇ ਮਨ ਦੇ ਵਿੱਚ ਬੜੇ ਚਿਰ ਦੀ ਅਭਿਲਾਖਾ ਲੱਗੀ ਹੋਈ ਹੈ ਕਿ ਜਦੋਂ ਕਿਤੇ ਸਮਾਂ ਬਣੇ, ਸਮਾਂ ਮਿਲੇ ਤੇ ਮੈਂ ਜਾ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਾਂ, ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਦੇ ਦੀਦਾਰ ਪਰਸਾਂ। ਇਹ ਇੱਛਾ ਮਾਈ ਦਾਸ ਵੈਸ਼ਨੋ ਦੇ ਮਨ ਦੇ ਵਿੱਚ ਹੋਈ ਹੈ। ਸਮੋ ਪਾਏ ਗੁਰ ਕੇ ਪੁਰ ਆਇਓ, ਥਿਰਿਓ ਪੌਰ ਪਰ ਪੂਛ ਪਠਾਇਓ। ਕਦੇ ਕਦੇ ਦੇ ਮਨ 'ਚ ਖਿਆਲ ਆਉਂਦਾ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਦੋਂ ਸਮਾਂ ਬਣਿਆ ਤੇ ਜ਼ਰੂਰ ਜਾਵਾਂਗਾ। ਆਖਰਕਾਰ ਉਹ ਸਮਾਂ ਆ ਗਿਆ। ਜਿਹਦੇ ਮਨ ਦੀ ਜਦੋਂ ਕਾਮਨਾ ਪੂਰੀ ਹੋਣ ਦਾ ਜਿਹੜਾ ਸਮਾਂ ਸੀ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਸਤੇ, ਉਹ ਸਮਾਂ ਆਣ ਬਣਿਆ ਤੇ ਉਸ ਵਕਤ ਮਾਈ ਦਾਸ ਨੇ ਆਪਣੇ ਨਗਰ ਤੋਂ ਚਾਲੇ ਪਾਏ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਸ੍ਰੀ ਗੋਇੰਦਵਾਲ ਸਾਹਿਬ ਚੱਲ ਕੇ ਆਇਆ ਹੈ। ਥਿਰਿਓ ਪੌਰ ਪਰ ਪੂਛ ਪਠਾਇਓ। ਜਾ ਕੇ ਜਦੋਂ ਗੋਇੰਦਵਾਲ ਸਾਹਿਬ ਪਹੁੰਚਿਆ ਮਾਈ ਦਾਸ ਵੈਸ਼ਨੋ ਤੇ ਮਹਾਰਾਜ ਜੀ ਦੀ ਦਰਸ਼ਨੀ ਡਿਉੜੀ ਦੇ ਕੋਲ ਆ ਗਿਆ। ਤੇ ਦਰਸ਼ਨੀ ਡਿਉੜੀ ਕੋਲ ਆ ਕੇ ਇਹਨੇ ਬੇਨਤੀ ਕੀਤੀ, ਜਿਹੜੇ ਉੱਥੇ ਸੇਵਾਦਾਰ ਸਿੱਖ ਖਲੋਤੇ ਸੀ ਉਹਨਾਂ ਨੂੰ ਕਹਿਣ ਲੱਗਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰੋ ਵੀ ਮਾਈ ਦਾਸ ਵੈਸ਼ਨੂ ਨਾਮ ਦਾ ਇੱਕ ਸਾਧੂ ਆਇਆ ਹੈ, ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਏਦਾਂ ਸੁਨੇਹਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਨੇ ਭੇਜਿਆ ਹੈ। ਸੁਨ ਸ਼੍ਰੀ ਅਮਰ ਨੇਮ ਨਿਜ ਭਾਖਿਓ,
ਜੇ ਮਨ ਤੋ ਦਰਸ਼ਨ ਅਬ ਲਾਖਿਓ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦਾ ਨੇਮ ਸੀ ਵੀ ਜਿਹੜਾ ਸਾਡੇ ਦਰਸ਼ਨ ਕਰਨ ਆਉਣਾ ਚਾਹੁੰਦਾ ਹੈ ਉਹ ਪਹਿਲਾਂ ਸਾਡੇ ਲੰਗਰਾਂ ਵਿੱਚ ਜਾ ਕੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕੇ ਫਿਰ ਸਾਡੇ ਦਰਸ਼ਨ ਕਰੇ। ਇਹ ਗੁਰੂ ਸਾਹਿਬ ਦਾ ਨੇਮ ਸੀ, ਗੁਰੂ ਅਮਰਦਾਸ ਸਾਹਿਬ ਜੀ ਦਾ। ਸਤਿਗੁਰਾਂ ਨੇ ਆਪਣਾ ਉਹੀ ਨੇਮ ਸਿੱਖ ਨੂੰ ਦੁਹਰਾਇਆ। ਕਹਿਣ ਲੱਗੇ ਵੀ ਉਹਨਾਂ ਨੂੰ ਜਾ ਕੇ ਆਖੋ ਵੀ ਜੇ ਸਾਡੇ ਦਰਸ਼ਨ ਕਰਨੇ ਨੇ ਤੇ ਪਹਿਲਾਂ ਲੰਗਰ ਵਿੱਚ ਜਾ ਕੇ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਣ, ਪ੍ਰਸ਼ਾਦਾ ਛਕ ਕੇ ਫਿਰ ਸਾਡੇ ਦਰਸ਼ਨ ਕਰਨ ਵਾਸਤੇ ਆ ਸਕਦੇ ਨੇ। ਕਰੋ ਦੇਗ ਤੇ ਭੋਜਨ ਜਾਏ, ਹੋਏ ਤ੍ਰਿਪ ਪੁਨ ਹਮ ਡਿਗ ਆਏ। ਉਹਨਾਂ ਨੂੰ ਆਖੋ ਵੀ ਉਹ ਜਾ ਕੇ ਲੰਗਰ ਵਿੱਚ ਦੇਗ ਵਿੱਚ ਜਾ ਕੇ ਪ੍ਰਸ਼ਾਦਾ ਛਕ ਲੈਣ, ਕਿਉਂਕਿ ਸਾਡੇ ਘਰ ਦਾ ਤਾਂ ਨੇਮ ਹੀ ਹੈ ਵੀ ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਪਹਿਲਾਂ ਪੰਗਤ ਵਿੱਚ ਜਾ ਕੇ ਪ੍ਰਸ਼ਾਦਾ ਛਕੇ ਫਿਰ ਆਵੇ ਸਾਡੇ ਦਰਸ਼ਨ ਕਰਨ ਨੂੰ। ਕਹਿਣ ਲੱਗੇ ਮਾਈ ਦਾਸ ਨੂੰ ਵੀ ਕਹਿ ਦਿਓ ਵੀ ਉਹ ਜਾ ਕੇ ਲੰਗਰ ਵਿੱਚ ਦੇਗ ਵਿੱਚ ਜਾ ਕੇ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੋ ਜਾਏ ਤੇ ਤ੍ਰਿਪਤ ਹੋ ਕੇ ਫਿਰ ਉਹ ਸਾਡੇ ਦਰਸ਼ਨ ਕਰਨ ਵਾਸਤੇ ਆਵੇ। ਮਾਈ ਦਾ ਸੁਨਤ ਸੰਦੇ ਬਿਨ ਸੰਯਮ ਤੇਨ ਕੇ ਗੇ। ਜਦੋਂ ਸਿੱਖ ਨੇ ਆ ਕੇ ਮਾਈ ਦਾਸ ਵੈਸ਼ਨੋ ਨੂੰ ਦੱਸਿਆ ਕਿ ਮਹਾਰਾਜ ਜੀ ਵੀ ਤੁਹਾਨੂੰ ਪਹਿਲਾਂ ਗੁਰੂ ਕੇ ਲੰਗਰਾਂ ਵਿੱਚ ਲੰਗਰ ਛਕਣਾ ਪੈਣਾ, ਸਤਿਗੁਰਾਂ ਦੇ ਘਰ ਦੀ ਇਹ ਮਰਿਆਦਾ ਹੈ ਵੀ ਤੁਸੀਂ ਪਹਿਲਾਂ ਪੰਗਤ ਵਿੱਚ ਪ੍ਰਸ਼ਾਦਾ ਛਕੋਗੇ ਫਿਰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਤੁਹਾਨੂੰ ਸਮਾਂ ਮਿਲੇਗਾ, ਏਦਾਂ ਦਰਸ਼ਨ ਨਹੀਂ ਹੋਣੇ, ਤੁਸੀਂ ਚੱਲ ਕੇ ਲੰਗਰ ਛਕੋ। ਜਦੋਂ ਇਹ ਗੱਲ ਸੁਣੀ ਨਾ, ਮਾਈ ਦਾਸ ਹੁਣ ਵੈਸ਼ਨੋ ਸੀ, ਉਹਨੇ ਸੁਣ ਕੇ ਮਨ 'ਚ ਸੋਚਿਆ ਵੀ ਇੱਥੇ ਗੁਰੂ ਸਾਹਿਬ ਦਾ ਜਿਹੜਾ ਲੰਗਰ ਹੈ ਉਹ ਕਿਹੜਾ ਮਰਿਆਦਾ ਨਾਲ ਪੱਕਿਆ ਹੋਣਾ, ਪਤਾ ਨਹੀਂ ਕਿਹਨੇ ਪਕਾਇਆ ਹੋਣਾ, ਕਿਵੇਂ ਬਣਿਆ ਹੋਣਾ। ਵੀ ਮੈਂ ਤਾਂ ਪ੍ਰਸ਼ਾਦਾ ਪਕਾਉਣਾ, ਜਦੋਂ ਪਹਿਲਾਂ ਪਕਾਉਣ ਵਾਸਤੇ ਪਹਿਲਾਂ ਚੌਂਕਾ ਲਿਪੀਦਾ, ਗਊ ਦਾ ਗੋਬਰ ਫੇਰ ਕੇ ਚੌਂਕਾ ਲਿਪ ਲਈਦਾ ਤੇ ਲੱਕੜੀਆਂ ਵੀ ਧੋ ਕੇ ਨੇ ਜਿਹੜੀਆਂ ਉਹ ਬਾਲ ਕੇ ਫਿਰ ਉਹਦੇ ਤੇ ਰੋਟੀ ਬਣਾ ਕੇ ਖਾਈਦੀ ਹੈ। ਇੱਥੇ ਤਾਂ ਪਤਾ ਨਹੀਂ ਹੁਣ ਕਿਹਨੇ ਕਿਹਨੇ ਵਿੱਚ ਰਲ ਕੇ, ਕੋਈ ਸ਼ੂਦਰ ਹੋਵੇ, ਨੀਵੇਂ ਵਰਨ ਵਾਲਾ ਹੋਵੇ, ਉਹਨਾਂ ਨੇ ਵੀ ਸੇਵਾ ਕੀਤੀ ਹੋਣੀ ਹੈ, ਉਹਨਾਂ ਨੇ ਵੀ ਪ੍ਰਸ਼ਾਦੇ ਪਕਾਏ ਹੋਣੇ, ਪਤਾ ਨਹੀਂ ਕਿੰਨੇ ਕਿੰਨੇ। ਇੱਥੇ ਕਿਹੜਾ ਮਰਿਆਦਾ ਨਾਲ ਲੰਗਰ ਪਕਦਾ, ਯਾਨੀ ਕਿ ਉਹ ਵੈਸ਼ਨੂ ਮਰਿਆਦਾ ਸੀ ਨਾ ਉਹਦੀ, ਤੇ ਕਹਿੰਦਾ ਇੱਥੇ ਕਿਸੇ ਮਰਿਆਦਾ ਨਾਲ ਲੰਗਰ ਪ੍ਰਸ਼ਾਦਾ ਨਹੀਂ ਪੱਕਿਆ ਹੋਣਾ। ਹੋਤ ਆਹਾਰ ਅਚੋਨੇ ਐਸੇ ਮੇਰੀ ਕਿਰਿਆ ਰਹਿ ਸੁਚ ਜੈਸੇ। ਮੈਂ ਤਾਂ ਇਹੋ ਜਿਹਾ ਪ੍ਰਸ਼ਾਦਾ ਨਹੀਂ ਛਕ ਸਕਦਾ ਜਿਹੋ ਜਿਹਾ ਇੱਥੇ ਬਣਿਆ ਹੋਣਾ, ਵੀ ਮਰਿਆਦਾ ਨਾਲ ਥੋੜੀ ਬਣਿਆ ਹੋਣਾ, ਪਤਾ ਨਹੀਂ ਕਿਹਨੇ ਕਿਹਨੇ ਬਣਾਇਆ, ਕਿਵੇਂ ਪੱਕਿਆ। ਫਿਰ ਜਿੱਥੇ ਬਹਿ ਕੇ ਛਕਦੇ ਨੇ ਇੱਕੋ ਬਰਾਬਰ ਪੰਗਤ 'ਚ ਬਹਿ ਕੇ ਛਕਦੇ ਨੇ, ਅਸੀਂ ਤਾਂ ਛਕਦੇ ਹਾਂ ਚੌਂਕਾ ਜਿਹੜਾ ਗੋਬਰ ਦਾ ਲੇਪ ਕੀਤਾ ਹੋਵੇ ਉੱਥੇ ਬਹਿ ਕੇ ਛਕਦੇ ਹਾਂ। ਇੱਥੇ ਬਹਿ ਕੇ ਛਕਣ ਵਾਲੀ ਜਗ੍ਹਾ ਵੀ ਚੰਗੀ ਨਹੀਂ ਹੋਣੀ, ਉੱਥੇ ਹੀ ਸਾਰੇ ਬਹਿ ਕੇ ਛਕਦੇ ਨੇ, ਸ਼ੂਦਰ ਵੀ ਉੱਥੇ ਛਕਦੇ ਨੇ, ਵੈਸ਼ ਵੀ ਉੱਥੇ ਬ੍ਰਾਹਮਣ ਉੱਥੇ ਹੀ, ਛਤਰੀ, ਚਾਰੇ ਵਰਨ ਬਹਿ ਕੇ ਇੱਕੋ ਬਰਾਬਰ ਪ੍ਰਸ਼ਾਦਾ ਛਕਦੇ ਨੇ। ਪਰ ਮੈਂ ਨਹੀਂ ਛਕ ਸਕਦਾ, ਮੇਰਾ ਤਾਂ ਆਚਰਣ ਹੈ, ਮੇਰਾ ਤਾਂ ਨੇਮ ਇਸ ਤਰ੍ਹਾਂ ਦਾ ਬਣਿਆ ਹੋਇਆ ਤੇ ਮੇਰੀ ਕਿਰਿਆ ਜਿਹੜੀ ਆ ਉਹ ਟੁੱਟ ਜਾਏਗੀ ਜੇ ਮੈਂ ਇੱਥੇ ਪ੍ਰਸ਼ਾਦਾ ਛਕ ਲਿਆ, ਤੇ ਮੇਰੀ ਜਿਹੜੀ ਸੁਚਮਤਾ ਦੀ ਮਰਿਆਦਾ ਨੇਮ ਮੈਂ ਰੱਖਿਆ ਹੋਇਆ ਉਹ ਨੇਮ ਮੇਰਾ ਟੁੱਟ ਜਾਵੇਗਾ, ਮੇਰੀ ਕਿਰਿਆ ਟੁੱਟ ਜਾਵੇਗੀ। ਸੋ ਬਿਦ ਕਰਨੀ ਅਬ ਬਨ ਆਵੈ, ਸੁਚ ਬਿਨ ਦਰਸ਼ਨ ਕਿਆ ਫਲ ਪਾਵੈ। ਤੇ ਮੈਂ ਤਾਂ ਆਪਣੀ ਕਿਰਿਆ ਨਹੀਂ ਛੱਡ ਸਕਦਾ, ਮੇਰੀ ਕਿਰਿਆ ਤਾਂ ਸੁਚਮਤਾ ਵਾਲੀ ਹੈ, ਮੈਂ ਤਾਂ ਸੁਚਮਤਾ ਦੇ ਨਾਲ ਭੋਜਨ ਬਣਾ ਕੇ ਆਪਣੇ ਹੱਥੀਂ ਫਿਰ ਛਕਣ ਵਾਲਾ, ਤੇ ਇੱਥੇ ਤਾਂ ਮੇਰੀ ਉਹ ਕਿਰਿਆ ਹੋਣੀ ਨਹੀਂ। ਇੱਥੇ ਜਦੋਂ ਮੈਂ ਲੰਗਰ ਛਕਾਂਗਾ ਪ੍ਰਸ਼ਾਦਾ ਮੈਨੂੰ ਛਕਣਾ ਪੈਣਾ ਉੱਥੇ ਜਾ ਕੇ, ਇੱਥੇ ਕਿਹੜਾ ਸੁਚਮਤਾ ਨਾਲ ਪ੍ਰਸ਼ਾਦਾ ਜਿਹੜਾ ਮੈਂ ਛਕਾਂਗਾ। ਤੇ ਮੈਨੂੰ ਇਸ ਪ੍ਰਕਾਰ ਨਾਲ ਆਪਣੀ ਕਿਰਿਆ ਤੋੜ ਕੇ, ਆਪਣਾ ਨੇਮ ਤੋੜ ਕੇ, ਇਸ ਪ੍ਰਕਾਰ ਨਾਲ ਮੈਂ ਸੋਚ ਤੋਂ ਬਿਨਾ ਗੁਰੂ ਦੇ ਕੀ ਦਰਸ਼ਨ ਕਰਾਂਗਾ। ਜੇ ਮੇਰੀ ਸੋਚੀ ਨਾ ਰਹੀ ਤੇ ਮੈਨੂੰ ਦਰਸ਼ਨਾਂ ਦਾ ਕੀ ਫਲ ਪ੍ਰਾਪਤ ਹੋਣਾ ਹੈ। ਚਿਤਵਤ ਰਿਓ ਚਿੰਤ ਚਿਤ ਖਰਿਓ, ਬਹੁਤ ਦੇਰ ਮੈਂ ਨਿਸ਼ਚੈ ਕਰਿਓ। ਬਹੁਤ ਸਾਰੀਆਂ ਚਿਤਵਨੀਆਂ ਮਾਈ ਦਾਸ ਵੈਸ਼ਨੋ ਦੇ ਮਨ 'ਚ ਚੱਲੀ ਜਾਂਦੀਆਂ ਨੇ ਵੀ ਹੁਣ ਕਰਾਂ ਕੀ, ਜੇ ਪ੍ਰਸ਼ਾਦਾ ਛਕ ਕੇ ਜਾਣਾ ਤੇ ਮੇਰਾ ਨੇਮ ਨਹੀਂ ਰਹਿੰਦਾ, ਮੇਰਾ ਨੇਮ ਟੁੱਟਦਾ, ਮੇਰੀ ਮੈਂ ਸੁਚਮਤਾ ਸਹਿਤ ਕਿਰਿਆ ਕਰਕੇ ਫਿਰ ਪ੍ਰਸ਼ਾਦਾ ਛਕਦਾ, ਮੇਰੀ ਕਿਰਿਆ ਟੁੱਟ ਜਾਏਗੀ, ਮੇਰਾ ਨੇਮ ਟੁੱਟ ਜਾਏਗਾ। ਏਦਾਂ ਮਾਈ ਦਾਸ ਵੈਸ਼ਨੂ ਕਾਫੀ ਦੇਰ ਤੱਕ ਖਲੋਤਾ, ਆਪਣੇ ਮਨ 'ਚ ਸੋਚੀ ਜਾ ਰਿਹਾ, ਚਿੰਤਾ ਕਰ ਰਿਹਾ, ਪਰ ਕੋਈ ਨਿਸ਼ਚਾ ਨਹੀਂ ਹੋ ਰਿਹਾ। ਬਿਨਾ ਅਚੇ ਨੇ ਦਰਸ਼ਨ ਦੇਤ, ਜੇ ਅਚਲਿਓ ਧਰਮ ਬਿਗਰੇਤ। ਸੋਚਦਾ ਹੈ ਵੀ ਜੇ ਪ੍ਰਸ਼ਾਦਾ ਨਾ ਛਕਿਆ ਤੇ ਗੁਰੂ ਜੀ ਨੇ ਦਰਸ਼ਨ ਨਹੀਂ ਦੇਣੇ,
ਉਹਨਾਂ ਦਾ ਵੀ ਇਹ ਨਿਤਨੇਮ ਉਹਨਾਂ ਨੇ ਮਰਿਆਦਾ ਬਣਾਈ ਹੋਈ ਹੈ। ਜੇ ਮੈਂ ਪ੍ਰਸ਼ਾਦਾ ਨਹੀਂ ਛਕਦਾ ਤੇ ਉਹਨਾਂ ਦੇ ਦਰਸ਼ਨ ਨਹੀਂ ਹੋਣੇ, ਤੇ ਜੇ ਮੈਂ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਦਾ ਤੇ ਮੇਰਾ ਧਰਮ ਭ੍ਰਸ਼ਟ ਹੁੰਦਾ ਹੈ। ਜਿਹੜਾ ਮੇਰਾ ਧਰਮ ਹੈ ਉਹ ਧਰਮ ਟੁੱਟਦਾ ਹੈ। ਜਾਂ ਤੇ ਨਾਹਿਨ ਦਰਸ਼ਨ ਕਰੋ, ਸੰਜਮ ਸਹਿਤ ਅਚੋਂ ਪ੍ਰਣ ਧਰਿਓ। ਇਹਨੇ ਸੋਚਿਆ ਵੀ ਮੈਂ ਇਹਦੇ ਨਾਲੋਂ ਚੰਗਾ ਵੀ ਗੁਰੂ ਦੇ ਦਰਸ਼ਨ ਨਾ ਹੀ ਕਰਾਂ ਤੇ ਚੰਗਾ। ਮੇਰੀ ਜਦੋਂ ਨਿਤਨੇਮ ਹੀ ਨਾ ਰਹੇਗਾ, ਮੇਰੀ ਸੁੱਚਤਾ ਹੀ ਖਤਮ ਹੋ ਜਾਏ, ਭੰਗ ਹੋ ਜਾਏ, ਤੇ ਇਹਦੇ ਨਾਲੋਂ ਚੰਗਾ ਵੀ ਮੈਂ ਗੁਰੂ ਦੇ ਦਰਸ਼ਨ ਹੀ ਨਾ ਕਰਾਂ। ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਹੀ ਇੱਥੋਂ ਵਾਪਸ ਟੁਰ ਜਾਵਾਂ। ਬਿਨ ਦਰਸ਼ਨ ਤਬ ਫਿਰ ਕਰ ਗਇਓ, ਨਿਸਦਿਨ ਮਨ ਮੋ ਸੰਸੈ ਭਇਓ। ਇਹ ਸੋਚ ਕੇ ਨਾ ਮਾਈ ਦਾਸ ਵੀ ਮੈਂ ਦਰਸ਼ਨ ਕਰਦਾ ਹੀ ਨਹੀਂ। ਜੇ ਮੇਰਾ ਧਰਮ ਹੀ ਭ੍ਰਸ਼ਟ ਹੁੰਦਾ ਉਹਨਾਂ ਦੇ ਦਰਸ਼ਨ ਕਰਕੇ, ਤੇ ਮੈਂ ਸੰਜਮ ਤੋਂ ਬਿਨਾਂ ਆਪਣਾ ਪ੍ਰਣ ਕਿਵੇਂ ਤੋੜ ਲਵਾਂ। ਮੇਰਾ ਤਾਂ ਪ੍ਰਣ ਕੀਤਾ ਹੋਇਆ ਵੀ ਮੈਂ ਪ੍ਰਸ਼ਾਦਾ ਜਿਹੜਾ ਉਹ ਸੁਚਮਤਾ ਨਾਲ ਛਕਣਾ ਹੈ। ਏਦਾਂ ਤਾਂ ਨਹੀਂ ਮੈਂ ਛਕ ਸਕਦਾ ਜਿਵੇਂ ਇੱਥੇ ਛਕਦੇ ਨੇ, ਤੇ ਮੈਂ ਉਹਨਾਂ ਦੇ ਦਰਸ਼ਨ ਹੀ ਨਹੀਂ ਕਰਦਾ। ਇਹ ਸੋਚ ਕੇ ਮਾਈ ਦਾਸ ਉੱਥੋਂ ਦਰਵਾਜ਼ੇ ਤੋਂ ਹੀ ਵਾਪਸ ਮੁੜ ਗਿਆ। ਕਰਮ ਗਤੀ ਜਦੋਂ ਕਰਮ ਹੋਣੇ ਨੇ, ਕਰਮਾਂ ਵਿੱਚ ਭਾਗਾਂ 'ਚ ਦਰਸ਼ਨ ਹੋਣੇ ਨੇ, ਉਦੋਂ ਹੀ ਹੋਣੇ ਨੇ ਨਾ। ਨਹੀਂ ਤਾਂ ਬਹੁਤਿਆਂ ਦੇ ਕਰਮ ਐਸੇ ਨੇ ਜਿਹੜੇ ਦਰਵਾਜ਼ੇ, ਗੁਰੂ ਘਰ ਦੇ ਦਰਵਾਜ਼ੇ ਕੋਲੋਂ ਹੀ ਲੰਘੀ ਜਾਂਦੇ, ਉਹਨਾਂ ਨੂੰ ਦਰਸ਼ਨ ਹੀ ਨਹੀਂ ਹੁੰਦੇ ਅੰਦਰ ਆ ਕੇ ਸਤਿਗੁਰਾਂ ਦੇ। ਮਾਈ ਦਾਸ ਵੀ ਉਹਨਾਂ ਵਿੱਚੋਂ ਕਹਿੰਦਾ ਮੈਂ ਦਰਸ਼ਨ ਹੀ ਨਹੀਂ ਕਰਦਾ। ਇਹ ਸੋਚ ਕੇ ਮਾਈ ਦਾਸ ਮਹਾਰਾਜ ਜੀ ਦੇ ਦਰਵਾਜ਼ੇ ਤੋਂ ਹੀ ਵਾਪਸ ਪਿੱਛੇ ਨੂੰ ਮੁੜ ਪਿਆ। ਨਿਸ ਦਿਨ ਮਨ ਮਾ ਸੰਸੈ ਭਇਓ, ਨਰ ਮਹਾਤਮਾ ਅਜ਼ਮਤ ਭਰੇ, ਤਿਨ ਕੋ ਦਰਸ਼ਨ ਮੈਂ ਨ ਕਰੇ। ਮਾਈ ਦਾਸ ਵਾਪਸ ਚੱਲ ਕੇ ਆਪਣੇ ਘਰ ਆ ਗਿਆ, ਤੇ ਮਨ ਦੇ ਵਿੱਚ ਉਹਦੇ ਸੰਸਾ ਖੜਕੀ ਜਾਵੇ ਵੀ ਗੁਰੂ ਅਮਰਦਾਸ ਸਾਹਿਬ ਜੀ ਦੀ ਬੜੀ ਮਹਿਮਾ ਹੈ। ਉਹ ਬੜੇ ਵੱਡੇ ਮਹਾਤਮਾ ਨੇ, ਉਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਦੀਆਂ ਦਾਤਾਂ ਨੇ, ਕਰਾਮਾਤਾਂ ਨੇ ਉਹਨਾਂ ਦੇ ਕੋਲ, ਤੇ ਮੇਰੇ ਕਿਹੋ ਜਿਹੇ ਮੰਦ ਭਾਗ ਨੇ ਵੀ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਘਰ ਆਇਆ ਨਾ ਜਦੋਂ ਵਾਪਸ, ਤੇ ਘਰ ਆ ਕੇ ਆਪਣੇ ਮਨ 'ਚ ਸੋਚੀ ਜਾਂਦਾ ਵੀ ਮੈਂ ਉਹਨਾਂ ਨੂੰ ਮਿਲ ਕੇ ਨਹੀਂ ਆਇਆ, ਉਹ ਤਾਂ ਬੜੇ ਸਿੱਧ ਪੁਰਸ਼ ਨੇ। ਲੋਕ ਸੈਂਕੜੇ ਕਰੇ ਨਿਹਾਲ, ਪਏ ਸਿੱਧ ਮਿਲ ਕੇ ਤਿਨ ਨਾਲ। ਉਹਨਾਂ ਨੇ ਤਾਂ ਸੈਂਕੜੇ ਲੋਕਾਂ ਨੂੰ ਨਿਹਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਸੈਂਕੜੇ ਲੋਕ ਜਿਹੜੇ ਉਹਨਾਂ ਨੂੰ ਮਿਲੇ, ਉਹਨਾਂ ਨੇ ਨਿਹਾਲ ਕਰ ਦਿੱਤਾ। ਬਹੁਤ ਸਾਰੇ ਲੋਕ ਉਹਨਾਂ ਨੂੰ ਮਿਲ ਕੇ ਸਿੱਧ ਪੁਰਸ਼ ਬਣ ਗਏ ਨੇ। ਏਡੀਆਂ ਵੱਡੀਆਂ ਬਰਕਤਾਂ ਦੇ ਦਾਤੇ ਨੇ ਗੁਰੂ ਅਮਰਦਾਸ ਜੀ। ਕਿਸ ਕੋ ਕਰਮ ਤੇ ਨੇ ਮੁਝ ਕੋ ਪ੍ਰੇਰਾ, ਜਿਸ ਤੇ ਮਹਾਪੁਰਖ ਨਹਿਰਾ। ਪਤਾ ਨਹੀਂ ਮੇਰਾ ਕਿਹੜਾ ਖੋਟਾ ਕਰਮ ਮੇਰੇ ਅੱਗੇ ਆ ਗਿਆ ਕਿ ਜਿਹੜੇ ਮਾੜੇ ਤੇ ਖੋਟੇ ਕਰਮ ਨੇ ਮੈਨੂੰ ਪ੍ਰੇਰਿਆ ਵੀ ਉਹਨਾਂ ਦੇ ਦਰਵਾਜ਼ੇ ਤੋਂ ਮੈਂ ਵਾਪਸ ਮੁੜ ਕੇ ਆ ਗਿਆ ਤੇ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਪਤਾ ਨਹੀਂ ਮੇਰਾ ਕਿਹੜਾ ਖੋਟਾ ਕਰਮ ਸੀ ਜਿਹੜਾ ਮੇਰੇ ਅੱਗੇ ਆਇਆ ਤੇ ਮੈਨੂੰ ਉਹਨੇ ਪ੍ਰੇਰਿਆ ਤੇ ਮੈਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਿਆ। ਉਹਨਾਂ ਦੇ ਘਰ ਜਾ ਕੇ ਵੀ ਉੱਥੋਂ ਵਾਪਸ ਮੁੜ ਆਇਆ ਹਾਂ। ਭਇਓ ਉਦਾਸ ਨ ਠਹਿਰੇ ਉਥਾਨ, ਚਲੋ ਦਵਾਰਕਾ ਮਨ ਅਸਥਾਨ। ਉਸ ਵੇਲੇ ਮਾਈ ਦਾਸ ਵੈਸ਼ਨੋ ਦਾ ਮਨ ਰੁਕਿਆ ਨਹੀਂ। ਮਨ ਦੇ ਵਿੱਚ ਬੜੀ ਚਿੰਤਾ ਸੋਚੀ ਜਾਵੇ ਵੀ ਪਤਾ ਨਹੀਂ ਕਿਹੋ ਜਿਹੇ ਕਰਮ ਨੇ ਮੈਨੂੰ ਉਹਨਾਂ ਦੇ ਦਰਸ਼ਨ ਨਹੀਂ ਹੋਏ। ਏਡੇ ਵੱਡੇ ਮਹਾਂਪੁਰਖ, ਫਿਕਰ ਲੱਗ ਗਿਆ ਮਨ 'ਚ। ਫਿਰ ਸੋਚਿਆ ਵੀ ਚਲੋ ਜੇ ਮਨ ਨੂੰ ਟਿਕਾਉਣਾ ਤੇ ਮਥੁਰਾ ਜਾ ਕੇ ਉੱਥੇ ਭਗਵਾਨ ਜੀ ਦੇ ਨਗਰ ਵਿੱਚ ਉਹਨਾਂ ਦੇ ਦਰਸ਼ਨ ਕਰ ਲਵਾਂ। ਵੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਤਾਂ ਹੋਏ ਨਹੀਂ, ਤੇ ਮੈਂ ਮਥੁਰਾ ਜਾ ਕੇ ਭਗਵਾਨ ਜੀ ਦੀ ਨਗਰੀ ਵਿੱਚ ਉਹਨਾਂ ਦੇ ਜਾ ਕੇ ਦਰਸ਼ਨ ਕਰਾਵਾਂ। ਪ੍ਰਾਸ ਚਿਤ ਤਬ ਉਤਰੈ ਮੇਰਾ, ਚੱਲ ਦਵਾਰਕਾ ਹਰ ਲਿਓ ਹੀਰਾ। ਮੈਂ ਦਵਾਰਕਾ ਜਾ ਕੇ ਭਗਵਾਨ ਜੀ ਦੇ ਦਰਸ਼ਨ ਕਰ ਲਵਾਂ, ਦਵਾਰਕਾਪੁਰੀ ਵਿੱਚ ਉਹਨਾਂ ਦੇ ਦੀਦਾਰ ਕਰ ਲਵਾਂ ਭਗਵਾਨ ਕ੍ਰਿਸ਼ਨ ਜੀ ਦੇ, ਤਾਂ ਹੀ ਮੇਰਾ ਪ੍ਰਾਸਚਿਤ ਹੋਣਾ। ਨਹੀਂ ਤਾਂ ਮੇਰੇ ਕੋਲੋਂ ਤਾਂ ਬੜਾ ਮਾੜਾ ਕਰਮ ਹੋਇਆ ਵੀ ਮੈਂ ਉਹਨਾਂ ਦੇ ਦਰਵਾਜ਼ੇ ਤੋਂ ਉਹਨਾਂ ਦੇ ਦਰਸ਼ਨ ਕੀਤੇ ਬਿਨਾਂ ਵਾਪਸ ਮੁੜ ਆਇਆ। ਇਹ ਬੜਾ ਖੋਟਾ ਕਰਮ ਮੇਰੇ ਕੋਲੋਂ ਹੋਇਆ। ਇਹਦਾ ਪ੍ਰਾਸਚਿਤ ਤਾਂ ਹੀ ਹੋਣਾ ਕਿ ਮੈਂ ਦਵਾਰਕਾ ਜਾ ਕੇ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਕਰਾਂ। ਉਹਨਾਂ ਦੇ ਦਰਸ਼ਨ ਕਰਕੇ ਮੇਰਾ ਹੁਣ ਪ੍ਰਾਸਚਿਤ ਹੋਵੇਗਾ। ਅਚਿਤ ਪ੍ਰੇਮ ਭਇਓ ਚੱਲ ਪਰਿਓ, ਥਿਰਿਓ ਨਾ ਹਰ ਹਰ ਨਾਮ ਸੁਰਰਿਓ। ਇਹ ਸੋਚ ਕੇ ਮਾਈ ਦਾਸ ਵੈਸ਼ਨੂ ਆਪਣੇ ਘਰੋਂ ਚੱਲ ਪਿਆ ਦਵਾਰਕਾਪੁਰੀ ਨੂੰ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਨ ਵਾਸਤੇ। ਵੀ ਭਗਵਾਨ ਜੀ ਦਾ, ਕਿਉਂਕਿ ਇਹਨਾਂ ਦਾ ਇਹ ਨਿਸ਼ਚਾ ਹੈ ਕਿ ਭਗਵਾਨ ਜੀ ਦਵਾਰਕਾਪੁਰੀ 'ਚ ਰਹਿੰਦੇ ਨੇ, ਤੋ ਇਸ ਕਰਕੇ ਭਗਵਾਨ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਵੀ ਦਵਾਰਕਾ ਦੇ ਦਰਸ਼ਨ ਕਰਾਂਗਾ। ਯਾਤਰਾ ਕਰਕੇ ਮੇਰਾ ਇਹ ਪ੍ਰਾਸਚਿਤ ਵੀ ਹੋ ਜਾਏਗਾ ਜਿਹੜਾ ਮੇਰੇ ਕੋਲੋਂ ਇੱਕ ਕੁਕਰਮ ਹੋਇਆ।
ਇਹ ਇੱਛਾ ਰੱਖ ਕੇ ਆਪਣੇ ਮਨ 'ਚ ਅਤ ਦਾ ਪ੍ਰੇਮ ਧਾਰ ਕੇ ਹਰ ਹਰ ਕਰਦੇ ਆ। ਭਗਵਾਨ ਕ੍ਰਿਸ਼ਨ ਦਾ ਇੱਕ ਨਾਂ ਹਰ ਵੀ ਹੈ। ਹਰ ਹਰ ਦਾ ਜਾਪ ਜਪਦਿਆਂ ਹੋਇਆਂ ਹਰੇ ਕ੍ਰਿਸ਼ਨ ਕਹਿੰਦਿਆਂ ਮਾਈ ਦਾਸ ਵੈਸ਼ਨੋ ਆਪਣੇ ਘਰ ਤੋਂ ਦਵਾਰਕਾਪੁਰੀ ਨੂੰ ਚੱਲ ਪਿਆ। ਇੱਛਾ ਪਰ ਨਹੀਂ ਮਨ ਲਿਆਵੈ, ਕਰਤ ਭਗਤ ਦਰਸ਼ਨ ਦਿਖਰਾਵੈ। ਆਪਣੇ ਮਨ 'ਚ ਹੋਰ ਕਦੇ ਕੋਈ ਇੱਛਾ ਆਵਣ ਹੀ ਨਹੀਂ ਦਿੰਦੇ ਮਾਈ ਦਾਸ ਜੀ। ਇਹਨਾਂ ਦੇ ਮਨ ਵਿੱਚ ਇੱਕੋ ਕਾਂਖਾ ਲੱਗੀ ਹੋਈ ਹੈ ਕਿ ਸਿਰਫ ਹਰੀ ਦੇ ਭਗਵਾਨ ਦੇ ਦਰਸ਼ਨ ਹੋ ਜਾਣ, ਭਗਵਾਨ ਜੀ ਦੇ ਦੀਦਾਰ ਹੋ ਜਾਣ, ਭਗਵਾਨ ਕ੍ਰਿਸ਼ਨ ਜੀ ਦੀ ਮੈਨੂੰ ਮੂਰਤ ਦਿਸ ਪਵੇ। ਇਹੀ ਇੱਕ ਕਾਂਖਾ ਹੈ ਮਨ ਵਿੱਚ, ਹੋਰ ਕੋਈ ਕਾਮਨਾ, ਹੋਰ ਕੋਈ ਇੱਛਾ ਆਪਣੇ ਮਨ 'ਚ ਨਹੀਂ ਰੱਖੀ ਹੋਈ। ਜਾਏ ਕ੍ਰਿਸ਼ਨ ਕੋ ਹੀਰਨ ਕਰੋ, ਪੁਰੀ ਦਵਾਰਕਾ ਮੈਂ ਹਿਤ ਧਰੋ। ਕਿ ਮੈਂ ਦਵਾਰਕਾਪੁਰੀ ਵਿੱਚ ਜਾਵਾਂ ਤੇ ਉੱਥੇ ਮੈਨੂੰ ਭਗਵਾਨ ਜੀ ਦੇ ਪ੍ਰਤੱਖ ਦਰਸ਼ਨ ਹੋਣ। ਇਹ ਇੱਛਾ ਮਾਈ ਦਾਸ ਵੈਸ਼ਨੂ ਦੇ ਮਨ 'ਚ ਕਿ ਮੈਂ ਦਵਾਰਕਾਪੁਰੀ ਜਾਵਾਂ ਤੇ ਉੱਥੇ ਮੈਨੂੰ ਭਗਵਾਨ ਜੀ ਦੇ, ਭਗਵਾਨ ਕ੍ਰਿਸ਼ਨ ਜੀ ਦੇ ਪ੍ਰਤੱਖ ਦਰਸ਼ਨ ਹੋ ਜਾਣ। ਕਿਉਂਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਤਾਂ ਮੈਂ ਕਰ ਨਹੀਂ ਸਕਿਆ, ਮੇਰੇ ਮਾੜੇ ਕਰਮ ਸੀ, ਮੈਂ ਉੱਥੋਂ ਮੁੜ ਆਇਆ ਵਾਪਸ। ਹੁਣ ਘੱਟੋ ਘੱਟ ਮੈਨੂੰ ਭਗਵਾਨ ਜੀ ਦੇ ਦਰਸ਼ਨ ਤਾਂ ਹੋ ਜਾਣ, ਭਗਵਾਨ ਕ੍ਰਿਸ਼ਨ ਜੀ ਦੇ ਜਿਨ੍ਹਾਂ ਦਾ ਮੈਂ ਭਗਤ ਹਾਂ, ਤੇ ਦਵਾਰਕਾਪੁਰੀ ਵਿੱਚ ਜਾ ਕੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ। ਇਹ ਇੱਛਾ ਆਪਣੇ ਮਨ 'ਚ ਰੱਖ ਕੇ ਟੁਰਿਆ ਹੋਇਆ ਹੈ। ਪਾਇਓ ਪ੍ਰੇਮ ਕਰ ਆਤਮਸਤਾਨਾ, ਦਿਨ ਪ੍ਰਤ ਕਰਤੇ ਜਤ ਪਿਆਨਾ। ਭਗਵਾਨ ਜੀ ਦੇ ਪ੍ਰੇਮ ਦੇ ਵਿੱਚ ਇਹਦਾ ਮਨ ਜਿਹੜਾ ਮਸਤਾਨਾ ਹੋ ਗਿਆ, ਮਤ ਜਿਹੜੀ ਮਸਤ ਹੋ ਗਈ। ਇਹੋ ਜਿਹਾ ਮਸਤਾਨਾ ਹੋਇਆ ਵੀ ਦਿਨ ਰਾਤ ਟੁਰੀ ਜਾ ਰਿਹਾ, ਰਸਤੇ ਵਿੱਚ ਕਿਤੇ ਰੁਕਦਾ ਵੀ ਨਹੀਂ ਕਿ ਮੈਂ ਦਵਾਰਕਾ ਜਾ ਕੇ ਰੁਕਣਾ, ਉੱਥੇ ਜਾ ਕੇ ਹੀ ਭਗਵਾਨ ਜੀ ਦੇ ਦਰਸ਼ਨ ਕਰਨੇ ਨੇ। ਦਿਸ਼ਾ ਦਵਾਰਕਾ ਹੋਤੇ ਆਨੰਦਾ, ਕਰੋ ਦਰਸ ਮੈਂ ਗਮਨ ਬਿਲੰਦਾ। ਦਵਾਰਕਾ ਦਿਸ਼ਾ ਵਾਲੇ ਪਾਸੇ ਨੂੰ ਬੜੇ ਆਨੰਦ ਨਾਲ ਮਾਈ ਦਾਸ ਟੁਰਿਆ ਜਾਂਦਾ ਹੈ ਕਿ ਮੈਨੂੰ ਭਗਵਾਨ ਜੀ ਦੇ ਦਰਸ਼ਨ ਹੋਣਗੇ, ਉੱਥੇ ਜਾ ਕੇ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਨਿਕਟ ਦਵਾਰਕਾ ਪਹੁੰਚਿਓ ਜਾਏ, ਥਿਤੀ ਕਾਦਸ਼ੀ ਮਗ ਮੈਂ ਆਏ। ਚਲਦਿਆਂ ਮਾਈ ਦਾਸ ਵੈਸ਼ਨੋ ਦਵਾਰਕਾ ਨਗਰੀ ਦੇ ਬਿਲਕੁਲ ਨੇੜੇ ਆ ਗਿਆ। ਜਦੋਂ ਦਵਾਰਕਾ ਨਗਰੀ ਦੇ ਨੇੜੇ ਆਇਆ ਤੇ ਉਦੋਂ ਰਸਤੇ 'ਚ ਇਕਾਦਸ਼ੀ ਦਾ ਦਿਨ ਆ ਗਿਆ। ਹੁਣ ਜਿਹੜੇ ਕ੍ਰਿਸ਼ਨ ਭਗਤ ਹੁੰਦੇ ਨੇ ਵੈਸ਼ਨਵ, ਉਹ ਇਕਾਦਸ਼ੀ ਦਾ ਵਰਤ ਰੱਖਦੇ ਨੇ। ਜਦੋਂ ਇਕਾਦਸ਼ੀ ਦਾ ਦਿਨ ਹੁੰਦਾ ਹੈ ਤੇ ਫਿਰ ਉਹ ਇਕਾਦਸ਼ੀ ਵਾਲੇ ਦਿਨ ਵਰਤ ਰੱਖਦੇ ਨੇ। ਮਾਈ ਦਾਸ ਵੀ ਕ੍ਰਿਸ਼ਨ ਭਗਤ ਸੀ, ਫਿਰ ਵੈਸ਼ਨਵ ਹੈ, ਤੇ ਰਸਤੇ ਵਿੱਚ ਇਕਾਦਸ਼ੀ ਦਾ ਜਦੋਂ ਦਿਨ ਆਇਆ, ਬਨ ਦੀਰਗ ਦਾਰਨ ਤਿਸ ਥਾਨਾ, ਜੈ ਸਮੀਪ ਨਰ ਦਿਖੈ ਨ ਆਨਾ। ਇਕਾਦਸ਼ੀ ਦਾ ਵਰਤ ਆ ਗਿਆ। ਕਹਿੰਦੇ ਜੰਗਲ ਬੜਾ ਦੀਰਘ ਹੈ ਜਿੱਥੇ ਪਹੁੰਚਿਆ ਹੈ ਮਾਈ ਦਾਸ ਵੈਸ਼ਨੂ, ਬੜਾ ਵੱਡਾ ਜੰਗਲ ਹੈ। ਹਾਲੇ ਦਵਾਰਕਾ ਨਗਰੀ ਨੇੜੇ ਹੈ ਪਰ ਦੂਰ ਹੈ, ਪਰ ਦੂਰ ਕਰਕੇ ਜੰਗਲ ਹੈ ਤੇ ਬਹੁਤ ਦੀਰਘ ਜੰਗਲ ਹੈ ਜਿੱਥੇ ਬੰਦਾ ਵੀ ਕੋਈ ਨਜ਼ਰ ਨਹੀਂ ਆਉਂਦਾ। ਦੀਰਘ ਜੰਗਲ ਹੈ, ਸੰਘਣਾ ਜੰਗਲ ਹੈ ਤੇ ਇਸ ਜੰਗਲ ਦੇ ਵਿੱਚ ਕੋਈ ਵਿਅਕਤੀ, ਕੋਈ ਬੰਦਾ, ਕੋਈ ਬੰਦੇ ਦੀ ਜਾਤ ਨਜ਼ਰ ਨਹੀਂ ਆਉਂਦੀ। ਘਟਾ ਬੜੀ ਤਿਸ ਦਿਨ ਉਮੜਾਏ, ਵਾਯੂ ਬਹੀ ਬਹੁਤ ਬਲ ਪਾਏ। ਮਾਈ ਦਾਸ ਨੇ ਵਰਤ ਰੱਖ ਲਿਆ ਇਕਾਦਸ਼ੀ ਦਾ ਜੰਗਲ ਵਿੱਚ ਹੀ, ਤੇ ਇਕਾਦਸ਼ੀ ਦਾ ਵਰਤ ਰੱਖ ਲਿਆ ਤੇ ਉਧਰੋਂ ਪਰਮੇਸ਼ਰ ਵੱਲੋਂ ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਉਮੜ ਕੇ ਆ ਗਈਆਂ। ਬਾਰਿਸ਼ ਪੈਣ ਲੱਗ ਪਈ, ਮੀਂਹ ਪੈਣ ਲੱਗਾ, ਬੜੇ ਜ਼ੋਰ ਦਾ ਛੜਾਟੇ ਦਾ ਮੀਂਹ ਪੈਣ ਲੱਗਾ। ਵਾਯੂ ਬਹੀ ਬਹੁਤ ਬਲ ਪਾਏ, ਬਹੁਤ ਤੇਜ਼ੀ ਨਾਲ ਹਵਾ ਚੱਲਣ ਲੱਗੀ, ਬੜੀ ਤੇਜ਼ੀ ਨਾਲ ਝੱਖੜ ਚੱਲਣ ਲੱਗਾ। ਸਾਮਨ ਦਮਕਤ ਕਰਕਤ ਭਾਰੇ, ਕਾਰੀ ਕਟਾ ਬਰਕਤੀ ਬਾਰੇ। ਤੇ ਆਕਾਸ਼ ਵਿੱਚ ਬਿਜਲੀ ਚਮਕਦੀ ਹੈ। ਜੰਗਲ ਦਾ ਇਲਾਕਾ, ਕੱਲਾ ਮਾਈ ਦਾਸ, ਕੋਈ ਬੰਦਾ ਹੋਰ ਨਹੀਂ ਨੇੜੇ ਤੇੜੇ ਦਿਸਦਾ, ਤੇ ਕਾਲੇ ਰੰਗ ਦੇ ਬੱਦਲ ਆਕਾਸ਼ ਵਿੱਚ ਛਾਏ ਹੋਏ, ਵਿੱਚ ਦਾਮਨ ਬਿਜਲੀ ਚਮਕਦੀ ਹੈ ਔਰ ਮੀਂਹ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਵੀ ਤੇਜ਼ੀ ਨਾਲ ਪੈ ਰਹੀਆਂ, ਜ਼ਮੀਨ ਤੇ ਵਰਖਾ ਹੋਣ ਲੱਗੀ ਹੈ। ਇਸ ਬਨ ਮੈਂ ਬ੍ਰਤ ਰਾਖਨ ਕਰੈ, ਚਲਿਓ ਜਾਤ ਵਿਆਕੁਲਤਾ ਧਰੈ। ਮਾਈ ਦਾਸ ਨੇ ਉਸੇ ਜੰਗਲ ਵਿੱਚ ਖਲੋਤੇ ਨੇ ਇਕਾਦਸ਼ੀ ਦਾ ਵਰਤ ਰੱਖਿਆ। ਇਕਾਦਸ਼ੀ ਦੇ ਵਰਤ, ਕਿਉਂਕਿ ਪੈਂਡਾ ਸੀ ਰਸਤੇ ਦਾ, ਇਕਾਦਸ਼ੀ ਦਾ ਵਰਤ ਇਸੇ ਜੰਗਲ ਵਿੱਚ ਰੱਖਿਆ ਤੇ ਵਿਆਕੁਲ ਬੜਾ ਹੈ ਕਿਉਂਕਿ ਮੀਂਹ ਪੈ ਰਿਹਾ, ਉਧਰੋਂ ਘਟਾ ਉਮੜੀ ਹੋਈ ਹੈ, ਤੇਜ਼ੀ ਨਾਲ ਝੱਖੜ ਚੱਲ ਰਿਹਾ ਹੈ, ਹਵਾ ਚੱਲ ਰਹੀ, ਹਨੇਰੀ ਚੱਲ ਰਹੀ, ਤੇ ਬੜਾ ਵਿਆਕੁਲ ਹੋਇਆ ਮਾਈ ਦਾਸ, ਇਹਨੂੰ ਟੁਰਨਾ ਵੀ ਔਖਾ ਹੋ ਰਿਹਾ ਹੈ। ਨੈ ਫਲਹਾਰ
हाथ कित आवा निर्जल ही हट कीन रावा। ਹੁਣ ਫਲ ਤੋੜਨ ਵਾਸਤੇ ਜਿਹੜਾ ਵਰਤ ਰੱਖਿਆ ਹੋਇਆ, ਵਰਤ ਤੋੜਨ ਵਾਸਤੇ ਫਲ ਚਾਹੀਦੇ ਸੀ, ਫਲ ਆਹਾਰੇ ਕਰ ਸਕਦਾ ਸੀ, ਪਰ ਜੰਗਲ ਵਿੱਚ ਇਹੋ ਜਿਹਾ ਬੀਆਬਾਨ ਸੰਘਣਾ ਜੰਗਲ ਵੀ, ਕਿਤੋਂ ਇਹਨੂੰ ਫਲ ਵੀ ਨਹੀਂ ਮਿਲਿਆ, ਫਲ ਵੀ ਕੋਈ ਪ੍ਰਾਪਤ ਨਹੀਂ ਹੋਇਆ ਕਿ ਜਿਹੜਾ ਫਲ ਖਾ ਕੇ ਆਪਣਾ ਵਰਤ ਤੋੜ ਸਕੇ। भयो सीत बरखा ते कंपत निकट न मानव को बच जंपत। ਕੋਈ ਫਲ ਆਹਾਰ ਨਹੀਂ ਮਿਲਿਆ, ਸਾਰੇ ਦਿਨ ਦਾ ਭੁੱਖਾ ਮਾਈ ਦਾਸ, ਤੇ ਦੂਜਾ ਉਧਰੋਂ ਹਨੇਰੀ ਚੱਲ ਰਹੀ, ਇੱਕ ਝੱਖੜ ਚੱਲ ਰਿਹਾ, ਮੀਂਹ ਪੈ ਰਿਹਾ, ਤੇ ਸਰੀਰ ਸਾਰਾ ਭਿੱਜਿਆ ਹੋਇਆ, ਬਸਤਰ ਭਿੱਜੇ ਹੋਏ, ਤੇ ਸਰੀਰ ਇਹਦਾ ਕੰਬ ਰਿਹਾ, ਤੇ ਕੰਬ ਰਿਹਾ। ਇੱਕ ਦੂਜਾ ਰੋਟੀ ਨਹੀਂ, ਪ੍ਰਸ਼ਾਦਾ ਸਾਰਾ ਦਿਨ ਹੋ ਗਿਆ ਨਹੀਂ ਛਕਿਆ, ਵਰਤ ਜੋ ਰੱਖਿਆ ਸੀ, ਤੇ ਪ੍ਰਸ਼ਾਦਾ ਕਿਤੇ ਮਿਲਿਆ ਵੀ ਨਹੀਂ ਰਸਤੇ ਵਿੱਚ, ਤੇ ਦੂਜਾ ਵਰਤ ਰੱਖਿਆ ਹੋਇਆ, ਤੇ ਫਲ ਵੀ ਨਹੀਂ ਮਿਲ ਰਹੇ ਵਰਤ ਤੋੜਨ ਵਾਸਤੇ, ਕੁਝ ਵੀ ਵਰਤ ਨੂੰ ਤੋੜ ਸਕੇ, ਤੇ ਬਹੁਤ ਜ਼ਿਆਦਾ ਇਹਦਾ ਸਰੀਰ ਠੰਡ ਦੇ ਨਾਲ, ਸਰਦੀ ਦੇ ਨਾਲ ਕੰਬ ਰਿਹਾ ਹੈ। इते उत खोजत हार परियो है थान न पायो नहीं तिरियो है। ਇਧਰ ਉਧਰ ਵੇਖਦਾ ਵੀ ਕੋਈ ਜਗ੍ਹਾ ਮਿਲੇ ਤੇ ਜਿੱਥੇ ਲੁਕ ਕੇ ਮੈਂ ਬੱਦਲ ਤੋਂ ਆਪਣਾ ਆਪ ਬਚਾ ਸਕਾਂ। ਭੇਜ ਰਿਹਾ ਸੀ ਬਾਰਿਸ਼ ਵਿੱਚ ਕਿ ਮੈਂ ਇੱਕ ਪਾਸੇ ਹੋ ਕੇ ਖਲੋਵਾਂ, ਸੱਜੇ ਕਦੇ ਖੱਬੇ ਵੇਖਦਾ ਕਿ ਜਿੱਥੇ ਜਾ ਕੇ ਸਿਰ ਲੁਕਾ ਕੇ ਵਰਖਾ ਤੋਂ ਬਚ ਸਕੇ, ਪਰ ਕੋਈ ਜਗ੍ਹਾ ਨਜ਼ਰ ਨਹੀਂ ਆਉਂਦੀ ਜਿੱਥੇ ਬਾਰਿਸ਼ ਤੋਂ ਬਚ ਸਕੇ। पुन व्याकुल बरखा ते भयो छुदा बहुत फलहार न पयो। ਬੜਾ ਵਿਆਕੁਲ ਹੋਇਆ, ਮੀਂਹ ਇੰਨਾ ਜ਼ਿਆਦਾ ਲੱਗਾ ਹੋਇਆ ਵੀ ਮੀਂਹ ਕਰਕੇ ਸਰੀਰ ਕੰਬਦਾ ਹੈ, ਸਰੀਰ ਭਿੱਜਿਆ ਹੋਇਆ ਤੇ ਕੰਬ ਰਿਹਾ। ਦੂਜੀ ਭੁੱਖ ਲੱਗੀ ਹੋਈ ਹੈ ਤੇ ਕੋਈ ਫਲ ਨਹੀਂ ਮਿਲਦਾ ਵੀ ਵਰਤ ਤੋੜ ਲਵੇ, ਕਿਉਂਕਿ ਗੁਰੂ ਘਰ ਚੋਂ ਪ੍ਰਸ਼ਾਦਾ ਛੱਡ ਕੇ ਜੋ ਆਇਆ ਸੀ, ਇੱਥੇ ਹੁਣ ਦਸ਼ਾ ਬਣ ਗਈ ਵੀ ਕਿੱਥੋਂ ਮਿਲੇ ਪ੍ਰਸ਼ਾਦਾ, ਭੋਜਨ ਕਿੱਥੋਂ ਮਿਲੇ, ਫਲ ਵੀ ਪ੍ਰਾਪਤ ਨਹੀਂ ਹੋ ਰਿਹਾ ਜਿਹਦੇ ਨਾਲ ਇਹ ਆਪਣਾ ਵਰਤ ਤੋੜ ਸਕਦਾ। सगन तिमर होई जब जामनी ठौर न प्राप्त भाव विश्राम ना। ਇੱਥੋਂ ਤੱਕ ਵੀ ਰਾਤ ਪੈ ਗਈ, ਬੜੀ ਸੰਘਣੀ ਹਨੇਰੀ ਰਾਤ, ਉਧਰੋਂ ਬੱਦਲ ਵੀ ਲੱਗਾ ਹੋਇਆ ਤੇ ਬਿਜਲੀ ਚਮਕਦੀ, ਹਨੇਰੀ ਰਾਤ ਪੈ ਗਈ। ਵਰਤ ਤੋੜਨ ਵਾਸਤੇ ਇਹਨੂੰ ਕਿਤੋਂ ਕੋਈ ਫਲ ਨਹੀਂ ਮਿਲਿਆ, ਕੋਈ ਵਸਤੂ ਨਹੀਂ ਮਿਲੀ ਜਿਹਨੂੰ ਖਾ ਕੇ ਇਹ ਆਪਣਾ ਵਰਤ ਤੋੜ ਸਕਦਾ। ਇਕਾਦਸ਼ੀ ਦਾ ਵਰਤ ਲੰਘ ਗਿਆ ਤੇ ਨਾ ਕੋਈ ਜਗ੍ਹਾ ਮਿਲ ਰਹੀ ਹੈ ਵੀ ਜਿੱਥੇ ਜਾ ਕੇ ਆਰਾਮ ਕਰ ਸਕੇ। ਰਾਤ ਦਾ ਸਮਾਂ, ਰਾਤ ਵੀ ਕਾਫੀ ਹੋ ਚੁੱਕੀ ਹੈ। जल बेते कथल थिर होवा खोकर सैत बृचिक जोवा। ਚਲਦਿਆਂ ਚਲਦਿਆਂ ਇਹ ਇੱਕ ਜਗ੍ਹਾ ਤੇ ਆ ਕੇ ਖਲੋ ਗਿਆ। ਇਹਦੀ ਨਿਗਾਹ ਹਨੇਰਾ ਸੀ, ਇੱਕ ਦਰਖਤ ਤੇ ਪਈ ਤੇ ਦਰਖਤ ਦੇ ਵਿੱਚ ਖੋਲ ਬਣਿਆ ਹੋਇਆ ਖਾਲੀ, ਬੜਾ ਵੱਡਾ ਚੌੜਾ ਤਣਾ ਸੀ ਦਰਖਤ ਦਾ, ਉਹਦੇ ਵਿੱਚ ਖੋਲ ਬਣਿਆ ਹੋਇਆ, ਖੋਖਰ ਬਣਿਆ ਹੋਇਆ। खरे होन को तिस में थान बैठन पोडन को न जान। ਮਾਈ ਦਾਸ ਉਹ ਖੋਖਰ ਦੇ ਵਿੱਚ ਜਾ ਕੇ ਖਲੋ ਗਿਆ। ਸਿਰਫ ਖਲੋਣ ਦੀ ਜਗ੍ਹਾ ਸੀ ਉਹਦੇ ਵਿੱਚ, ਜਿਹੜਾ ਉਹ ਦਰਖਤ ਦਾ। ਹੁਣ ਬਰਸਾਤ ਤੋਂ ਤਾਂ ਆਪਣਾ ਆਪ ਬਚਾਉਣਾ ਹੀ ਸੀ, ਦਰਖਤ ਦਾ ਜਿਹੜਾ ਉਹ ਖੋਖਰ ਹੈ, ਖੋਲ ਹੈ, ਉਹਦੇ ਵਿੱਚ ਜਾ ਕੇ ਖਲੋ ਗਿਆ। ਉਹਦੇ ਵਿੱਚ ਨਾ ਤਾਂ ਬਹਿ ਸਕਦਾ ਹੈ ਤੇ ਨਾ ਹੀ ਲੇਟ ਸਕਦਾ ਸੀ, ਖੋਖਰ ਸੀ, ਸਿਰਫ ਖਲੋ ਸਕਦਾ ਸੀ, ਖਲੋਣ ਦੀ ਉਹਦੇ ਵਿੱਚ ਜਗ੍ਹਾ ਸੀ, ਉੱਥੇ ਜਾ ਕੇ ਖਲੋਤਾ ਹੈ। तिस में प्रविश्यो ठांडा भयो सिमरन कृष्ण कृष्ण मुख लियो। ਉਹਦੇ ਵਿੱਚ ਖਲੋ ਗਿਆ, ਖੋਖਰ ਦੇ ਵਿੱਚ, ਤੇ ਖਲੋ ਕੇ ਭਗਵਾਨ ਜੀ ਦਾ ਜਾਪ ਜਪਣ ਲੱਗਾ। ਰਸਨਾ ਤੋਂ ਹਰੇ ਕ੍ਰਿਸ਼ਨ ਉਸੇ ਤਰ੍ਹਾਂ ਜਪ ਰਿਹਾ, ਉਹ ਨਹੀਂ ਛੱਡਿਆ। ਭਾਵੇਂ ਸਮੱਸਿਆ ਬੜੀ ਆਈ ਹੈ, ਪਰ ਭਗਵਾਨ ਜੀ ਦਾ ਨਾਮ ਜਿਹੜਾ ਹੈ ਉਹ ਆਪਣੀ ਰਸਨਾ ਤੋਂ ਉਸ ਖੋਖਰ ਵਿੱਚ ਖਲੋਤਾ ਹੋਇਆ ਵੀ ਜਪ ਰਿਹਾ ਹੈ। सगरी जामनी खरे बिताई बौर तै प्रभात हुए आए। ਸਾਰੀ ਰਾਤ ਖਲੋਤਿਆਂ ਹੀ ਇਹਨੂੰ ਕੱਢ ਕੇ ਬਤੀਤ ਕਰਨੀ ਪਈ। ਸਾਰੀ ਰਾਤ ਖਲੋਤਾ ਹੀ ਰਿਹਾ ਉਸ ਖੋਖਰ ਦੇ ਵਿੱਚ, ਖੋਲ ਦੇ ਵਿੱਚ। ਇਹਨੇ ਨੂੰ ਅਗਲਾ ਦਿਨ ਚੜ ਗਿਆ, ਪ੍ਰਭਾਤ ਦਾ ਵੇਲਾ ਹੋ ਗਿਆ। कृष्ण प्रीतिक आस न औरी दुतिया न दिक्कत को तिस ठौरी। ਮਨ ਦੇ ਵਿੱਚ ਇੱਕੋ ਆਸ ਹੈ ਸਿਰਫ ਭਗਵਾਨ ਕ੍ਰਿਸ਼ਨ ਦੇ ਦਰਸ਼ਨਾਂ ਦੀ, ਕਿ ਭਗਵਾਨ ਜੀ ਦੇ ਦਰਸ਼ਨ ਹੋ ਜਾਣ, ਭਗਵਾਨ ਜੀ ਦੇ ਦੀਦਾਰ ਹੋ ਜਾਣ। ਹੋਰ ਕੋਈ ਆਸ ਹੈ ਹੀ ਨਹੀਂ ਮਨ 'ਚ, ਕੋਈ ਦੂਜਾ ਵਿਅਕਤੀ ਵੀ ਉੱਥੇ ਨਜ਼ਰ ਨਹੀਂ ਆਉਂਦਾ। ਇਹੋ ਜਿਹਾ ਬੀਆਬਾਨ ਸੰਘਣਾ ਜੰਗਲ ਹੈ, ਇੱਕੋ ਆਸ ਮਨ 'ਚ ਲੱਗੀ ਹੋਈ ਹੈ ਕਿ ਭਗਵਾਨ ਜੀ ਦੇ ਦਰਸ਼ਨ ਹੋ ਜਾਣ। ਹੋਰ ਕੋਈ ਦੂਜੀ ਆਸ ਆਪਣੇ ਮਨ 'ਚ ਨਹੀਂ ਰੱਖੀ ਹੋਈ। दिवस द्वादशी को चितवंता
ਵਰਤੀ ਉਪਾਰਨ ਬਿਦ ਨ ਲਾਂਤਾ। ਇਕਾਦਸ਼ੀ ਦਾ ਦਿਨ ਵੀ ਲੰਘ ਗਿਆ, ਰਾਤ ਵੀ ਲੰਘ ਗਈ ਤੇ ਦੁਆਦਸ਼ੀ 12ਵੀਂ ਦਾ ਦਿਨ ਆ ਗਿਆ। ਦੁਆਦਸ਼ੀ ਦਾ ਦਿਨ ਆ ਗਿਆ, ਪਰ ਸੋਚਦਾ ਵੀ ਮੈਂ ਹਾਲੇ ਤੱਕ ਆਪਣਾ ਵਰਤ ਨਹੀਂ ਤੋੜਿਆ। ਵਰਤ ਕਿਵੇਂ ਟੁੱਟੇ? ਕੋਈ ਖਾਣ ਨੂੰ ਮਿਲੇ ਤਾਂ ਵਰਤ ਟੁੱਟੇ। ਕਹਿੰਦੇ ਛਕਣ ਵਾਸਤੇ ਕੁਝ ਨਹੀਂ ਪ੍ਰਾਪਤ ਹੋਇਆ ਤੇ ਵਰਤ ਵੀ ਆਪਣਾ ਤੋੜ ਨਹੀਂ ਸੀ ਸਕਿਆ। ਜਿਹੜੀ ਮਰਿਆਦਾ ਵਰਤ ਦੀ ਕਰਨੀ ਹੁੰਦੀ ਹੈ ਤੋੜਨ ਦੀ, ਉਹ ਵੀ ਇਹ ਕਰ ਨਹੀਂ ਸਕਿਆ। ਕ੍ਰਿਸ਼ਨ ਕ੍ਰਿਸ਼ਨ ਆਰਾਧਤ ਖਰਿਓ, ਏਕ ਪ੍ਰੇਮ ਮਨ ਰਹਿ ਥਿਰਿਓ। ਬਸ ਖਲੋਤਾ ਕ੍ਰਿਸ਼ਨ ਕ੍ਰਿਸ਼ਨ ਹਰੇ ਕ੍ਰਿਸ਼ਨ, ਇਹੀ ਜਪੀ ਜਾਂਦਾ ਰਸਨਾ ਤੋਂ। ਹੋਰ ਕੋਈ ਆਸ ਆਪਣੇ ਮਨ 'ਚ ਨਹੀਂ ਰੱਖੀ। ਮਨ ਦੇ ਵਿੱਚ ਇਹ ਫੁਰਨਾ ਆਇਆ ਵੀ ਵਰਤ ਕਿਵੇਂ ਤੋੜਾਂ। ਇੱਥੇ ਤਾਂ ਕੁਝ ਖਾਣ ਨੂੰ ਵੀ ਪ੍ਰਾਪਤ ਨਹੀਂ, ਦੂਜਾ ਭੁੱਖ ਵੀ ਬੜੀ ਡਾਢੀ ਲੱਗੀ ਹੋਈ ਸੀ। ਸਰੀਰ ਆ, ਇਹਨੇ ਤਾਂ ਅੰਨ ਪਾਣੀ ਦੇ ਆਸਰੇ ਹੀ ਚੱਲਣਾ। ਬਹੁਤ ਡਾਢੀ ਭੁੱਖ ਲੱਗੀ ਹੋਈ ਤੇ ਫਿਰ ਵੀ ਕ੍ਰਿਸ਼ਨ ਕ੍ਰਿਸ਼ਨ ਦਾ ਜਾਪ ਆਪਣੀ ਰਸਨਾ ਤੋਂ ਮਾਈ ਦਾਸ ਜਪ ਰਿਹਾ ਹੈ। ਭਗਤ ਵਛਲ ਪ੍ਰਭ ਦੀਨ ਕਿਰਪਾਲਾ, ਜਾਣਿਓ ਜਾਗਿਓ ਪ੍ਰੇਮ ਵਿਸਾਲਾ। ਉਧਰ ਭਗਤ ਵਛਲ ਭਗਵਾਨ ਜੀ ਨੇ ਵੇਖਿਆ ਵੀ ਮੇਰਾ ਭਗਤ ਹੈ ਤੇ ਮੇਰੀ ਭਗਤੀ ਕਰਦਾ ਕਰਦਾ ਫਿਰ ਸਿਰਫ ਪ੍ਰੇਮ ਦੇ ਵਿੱਚ ਇਹਦੀ ਸੁਰਤ ਜਾਗੀ ਹੋਈ ਹੈ, ਮੇਰੇ ਪ੍ਰੇਮ ਵਿੱਚ ਇਹਦਾ ਮਨ ਲੱਗਾ ਹੋਇਆ ਹੈ। ਮੋਹ ਬਿਨ ਇਸਕੋ ਆਸ ਨ ਔਰ, ਕਾਨਨ ਕੋਰ ਬਿਖੈ ਅਸ ਠੋਰ। ਸੰਘਣੇ ਜੰਗਲ ਵਿੱਚ ਜੰਗਲ 'ਚ ਖਲੋਤਾ ਹੋਇਆ, ਇਹਨੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਦੀ ਆਸ ਹੀ ਕੋਈ ਨਹੀਂ। ਇਹਨੇ ਸਿਰਫ ਮੇਰੀ ਆਸ ਆਪਣੇ ਮਨ 'ਚ ਰੱਖੀ ਹੋਈ ਹੈ। ਆਪਣੋ ਜਾਨ ਜਾਣਿਓ ਯੁਤ ਪ੍ਰੇਮ, ਚਾਹਤ ਪਏ ਕਰਨ ਕੋ ਛੇਮ। ਭਗਵਾਨ ਜੀ ਨੇ ਉਸੇ ਵੇਲੇ ਨੂੰ ਆਪਣਾ ਜਾਣ ਕੇ ਇਹਦੇ ਨਾਲ ਪ੍ਰੇਮ ਕੀਤਾ ਔਰ ਇਹਦੀ ਕਲਿਆਣ ਕਰਨ ਵਾਸਤੇ, ਇਹਨੂੰ ਸੁਖੀ ਕਰਨ ਵਾਸਤੇ ਇਹ ਭਗਵਾਨ ਜੀ ਨੇ ਆਪਣੇ ਮਨ 'ਚ ਇੱਛਾ ਕੀਤੀ। ਆਨ ਰੂਪ ਕਰ ਲਿਆਏ ਆਹਾਰਾ, ਤੇ ਆਗੇ ਤਰ ਅੰਤ ਸਿਧਾਰਾ। ਕਹਿੰਦੇ ਕੋਈ ਹੋਰ ਹੀ ਰੂਪ ਬਣਾ ਕੇ, ਆਪਣਾ ਅਸਲੀ ਰੂਪ ਲੈ ਕੇ ਨਹੀਂ ਆਏ ਭਗਵਾਨ ਜੀ, ਹੋਰ ਹੀ ਕੋਈ ਰੂਪ ਧਾਰ ਕੇ ਆ ਗਏ ਤੇ ਪ੍ਰਸ਼ਾਦੇ ਦਾ ਇੱਕ ਥਾਲ ਲਿਆ ਕੇ ਅੱਗੇ ਰੱਖ ਗਏ ਮਾਈ ਦਾਸ ਦੇ। ਜਿੱਥੇ ਮਾਈ ਦਾਸ ਖੜਾ ਸੀ ਨਾ ਖੋਖਰ 'ਚ, ਉੱਥੇ ਪ੍ਰਸ਼ਾਦੇ ਦਾ ਇੱਕ ਥਾਲ ਉਹ ਲਿਆ ਕੇ ਅੱਗੇ ਰੱਖ ਕੇ ਆਪ ਉੱਥੋਂ ਅੱਗੇ ਨੂੰ ਚਲੇ ਗਏ, ਕਿਸੇ ਹੋਰ ਪਾਸੇ ਨੂੰ ਚਲੇ ਗਏ। ਮਾਈ ਦਾਸ ਭੋਜਨ ਦੇਖਾ, ਸੈਤ ਪੈਤ ਕੇ ਭਾਂਤ ਵਿਸ਼ੇਕਾ। ਮਾਈ ਦਾਸ ਨੇ ਭੋਜਨ ਵੇਖਿਆ ਵੀ ਥਾਲ ਅੱਗੇ ਪਈ ਹੋਈ ਆ, ਉਹ ਰੱਖ ਕੇ ਉੱਥੋਂ ਚਲੇ ਗਏ, ਹੋਰ ਹੀ ਰੂਪ ਬਣਾ ਕੇ ਆਏ ਸੀ। ਉੱਥੋਂ ਅਲੋਪ ਹੋ ਗਏ ਭਗਵਾਨ ਜੀ, ਥਾਲ ਉੱਥੇ ਪਈ ਰਹਿ ਗਈ ਪ੍ਰਸ਼ਾਦੇ ਦੀ। ਮਾਈ ਦਾਸ ਨੇ ਜਿਸ ਵੇਲੇ ਥਾਲ ਵਾਲੇ ਪਾਸੇ ਵੇਖਿਆ ਕਿ ਦਾਲ ਤੇ ਚੌਲ ਪਏ ਹੋਏ ਸਨ। ਮੈਂ ਆਚਾਰੀ ਸ਼ੰਕਾ ਠਾਨੀ, ਬਿਨ ਸੰਜਮ ਕਿਨ ਆਨਿਓ ਬਾਨੀ। ਸੋਚਣ ਲੱਗਾ ਵੀ ਮੈਂ ਆਚਾਰੀ ਹਾਂ, ਮੇਰਾ ਆਚਰਣ ਬੜਾ ਵਧੀਆ। ਸੋਚਦਾ ਵੀ ਇਹ ਭਲਾ ਥਾਲ ਇੱਥੇ ਕੌਣ ਰੱਖ ਗਿਆ ਪ੍ਰਸ਼ਾਦੇ ਦਾ? ਇਹ ਦਾਲ ਪ੍ਰਸ਼ਾਦਾ, ਦਾਲ ਫੁਲਕਾ ਜਿਹੜਾ ਇਹ ਕੌਣ ਰੱਖ ਗਿਆ ਇੱਥੇ? ਵੀ ਮੈਂ ਤਾਂ ਆਚਾਰੀ ਆ, ਪਤਾ ਨਹੀਂ ਕਿਹੋ ਜਿਹਾ ਬੰਦਾ ਹੋਣਾ ਜਿਹੜਾ ਰੱਖ ਗਿਆ। ਹੁਣ ਇਹ ਤਾਂ ਨਹੀਂ ਨਾ ਪਤਾ ਵੀ ਭਗਵਾਨ ਜੀ ਆਪ ਹੀ ਰੱਖ ਕੇ ਗਏ ਨੇ। ਫਿਰ ਸੋਚੀ ਜਾਂਦਾ ਵੀ ਮੈਂ ਤਾਂ ਬੜਾ ਆਚਾਰੀ ਹਾਂ, ਸੁਚਮਤਾ ਨਾਲ ਰੋਟੀ ਪ੍ਰਸ਼ਾਦਾ ਛਕਣ ਵਾਲਾ, ਇੱਥੇ ਭਲਾ ਥਾਲ ਕੌਣ ਰੱਖ ਕੇ ਚਲਾ ਗਿਆ? ਬਿਨ ਸੰਜਮ ਕਿਨਾ ਨਿਉ ਥਾਨੀ। ਪਤਾ ਨਹੀਂ ਕਿਹੜੇ ਬਿਨਾਂ ਸੰਜਮ ਤੋਂ, ਬਿਨਾਂ ਮਰਿਆਦਾ ਤੋਂ, ਕਿਹੜੀ ਥਾਂ ਤੋਂ ਕਿਸੇ ਨੇ ਲਿਆ ਕੇ ਰੱਖਿਆ ਹੋਣਾ। ਸੁਚ ਸੋ ਚੌਂਕੇ ਅੰਤਰ ਖਾਵੋ, ਬਿਗੜੈ ਨੇਮ ਜਿਸ ਮੁਖ ਪਾਵੋ। ਮੈਂ ਤਾਂ ਸੁਚਮਤਾ ਨਾਲ ਚੌਂਕੇ 'ਚ ਬਹਿ ਕੇ ਖਾਣ ਵਾਲਾ ਪ੍ਰਸ਼ਾਦਾ, ਇੱਥੇ ਬਿਨਾਂ ਸੁਚਮਤਾ ਤੋਂ ਇੱਥੇ ਜੇ ਖਾਦਾ ਤੇ ਮੇਰਾ ਨੇਮ ਟੁੱਟ ਜਾਣਾ। ਅੱਗੇ ਨੇਮ ਟੁੱਟਣ ਦੇ ਖਤਰੇ ਕਰਕੇ ਮੈਂ ਗੋਇੰਦਵਾਲ ਸਾਹਿਬ ਤੋਂ ਮੁੜਿਆ, ਜੇ ਇੱਥੇ ਹੁਣ ਮੈਂ ਇਹ ਖਾਦਾ ਤੇ ਮੇਰਾ ਨੇਮ ਟੁੱਟ ਜਾਏਗਾ। ਜੇ ਹੋਵਤ ਪਕਵਾਨ ਬਨਾਇਸ, ਅਚਿਤ ਬ੍ਰਤੀ ਮੈਂ ਛੁਦਾ ਮਿਟਾਇਸ। ਨਾਲੇ ਕੱਚਾ ਪਕਵਾਨ ਹੈ, ਕੱਚਾ ਸਿੱਧਾ ਮੰਨਦੇ ਨੇ ਖਾਲਸਾ ਜੀ ਪ੍ਰਸ਼ਾਦੇ ਨੂੰ ਤੇ ਦਾਲ ਚੌਲ ਨੂੰ, ਇਹ ਕੱਚਾ ਸਿੱਧਾ ਮੰਨਦੇ ਨੇ। ਫਿਰ ਸੋਚਣ ਲੱਗਾ ਚਲੋ ਜੇ ਪਕਵਾਨ ਹੁੰਦੇ, ਪਕਵਾਨ ਦਾ ਮਤਲਬ ਹੁੰਦਾ ਜਿਵੇਂ ਪੂੜੀਆਂ, ਪੂੜੇ, ਇਹ ਜਿਹੜੀਆਂ ਚੀਜ਼ਾਂ ਨੂੰ ਇਹ ਪੱਕਾ ਭੋਜਨ ਮੰਨਦੇ ਨੇ ਵੈਸ਼ਨਵ, ਤੇ ਜਿਹੜਾ ਦਾਲ ਫੁਲਕਾ ਜਾਂ ਚੌਲ ਨੇ ਉਹਨੂੰ ਕੱਚਾ ਸਿੱਧਾ ਮੰਨਦੇ ਨੇ। ਤੇ ਜਦੋਂ ਇਹ ਆਪਣਾ ਵਰਤ ਤੋੜਦੇ ਨੇ, ਵਰਤ ਤੋੜਨ ਵਾਸਤੇ ਇਹਨਾਂ ਨੂੰ ਪਕਵਾਨ ਚਾਹੀਦੇ ਹੁੰਦੇ ਨੇ, ਪੂੜੀਆਂ, ਪੂੜੇ ਆਦਿਕ। ਕਹਿਣ ਲੱਗਾ ਮਾਈ ਦਾਸ ਵੀ ਜੇ ਚਲੋ ਇੱਥੇ ਪੂੜੀਆਂ ਹੁੰਦੀਆਂ ਜਾਂ ਪੱਕਾ ਪਕਵਾਨ ਹੁੰਦਾ ਤੇ ਫਿਰ ਮੈਂ ਇਹ ਖਾ ਕੇ ਆਪਣੇ ਜਿਹੜਾ ਵਰਤ ਸੀ ਉਹ ਵੀ ਤੋੜ ਸਕਦਾ ਸੀ। ਇਸ ਬਿਦ ਤਰਕਤ ਬੋ ਚਿਤ ਮਾਹੇ, ਉਤੋਂ ਛੁਦਤ ਪਰ ਖਾਏ ਸਨਾਈ। ਇਹ ਤਾਂ ਆਪਣੇ ਮਨ 'ਚ ਤਰਕ ਕਰੀ ਜਾਂਦਾ ਵੀ ਮੈਂ ਨਹੀਂ ਇਹ ਖਾ ਸਕਦਾ, ਨਾਲੇ ਪਤਾ ਨਹੀਂ ਕੌਣ ਰੱਖ ਗਿਆ ਕੌਣ ਨਹੀਂ।
ਤੇ ਸੋਚੀ ਜਾਂਦਾ ਵੀ ਮੈਂ ਨਹੀਂ ਇਹ ਖਾਣਾ, ਭੁੱਖ ਬੜੀ ਲੱਗੀ ਹੋਈ ਹੈ, ਤੇ ਪਰ ਉਹ ਪ੍ਰਸ਼ਾਦਾ ਨਹੀਂ ਛਕਿਆ ਮਾਈ ਦਾਸ ਨੇ। ਔਰ ਅੰਤਰ ਕੀ ਲਖ ਭਗਵਾਨੋ ਲਿਆਏ ਅਨਕ ਭਾਂਤ ਪਕਵਾਨੋ। ਇਹਦੇ ਮਨ ਦੀ ਜਾਣ ਕੇ ਨਾ ਇਹਨੇ ਨੂੰ ਭਗਵਾਨ ਜੀ ਅੰਤਰਜਾਮੀ ਉਹਨਾਂ ਨੇ ਪਕਵਾਨ ਲਿਆ ਕੇ ਰੱਖ ਦਿੱਤੇ ਵੀ ਚਲੋ ਪਕਵਾਨ ਖਾ ਕੇ ਤਾਂ ਆਪਣਾ ਵਰਤ ਤੋੜੇਗਾ ਨਾ, ਜੇ ਕੱਚਾ ਸਿੱਧਾ ਖਾ ਕੇ ਨਹੀਂ ਤੋੜਦਾ, ਇਹਨੂੰ ਕੱਚਾ ਭੋਜਨ ਮੰਨਦੇ ਨੇ। ਤੇ ਪਕਾ ਕੇ ਜਿਹੜਾ ਤਲਿਆ ਹੋਇਆ ਭੋਜਨ ਹੈ ਉਹ ਪਕਵਾਨ ਜਿਹੜੇ ਸਨ ਭਗਵਾਨ ਜੀ ਨੇ ਲਿਆ ਕੇ ਅੱਗੇ ਰੱਖ ਦਿੱਤੇ। ਤਿਸ ਟਿਗ ਤਰ ਕਰ ਅੰਤ ਸਿਧਾਰੇ ਮਾਈ ਦਾਸ ਨਿਹਾਰ ਵਿਚਾਰੇ। ਉਹ ਪਕਵਾਨ ਲਿਆ ਕੇ ਭਗਵਾਨ ਜੀ ਨੇ ਅੱਗੇ ਰੱਖ ਕੇ ਤੇ ਆਪ ਉੱਥੋਂ ਚਲੇ ਗਏ। ਮਾਈ ਦਾਸ ਨੇ ਉਹ ਪਕਵਾਨ ਪਏ ਵੇਖੇ। ਇਸ ਭੀਖਨ ਕਾਨਨ ਕੇ ਮਾਈ ਮਾਨਵ ਕਿਸੀ ਥਾਨ ਦਿਕ ਨਾਈ। ਸੋਚਣ ਲੱਗਾ ਮਾਈ ਦਾਸ ਕਿ ਭਗਵਾਨ ਜੀ ਰੱਖ ਕੇ ਇੱਕਦਮ ਅਲੋਪ ਹੋ ਜਾਂਦੇ ਸਨ ਉੱਥੋਂ। ਇਸ ਸੰਘਣੇ ਜੰਗਲ ਦੇ ਵਿੱਚ ਕੋਈ ਬੰਦਾ ਨਹੀਂ ਨਜ਼ਰ ਆਉਂਦਾ, ਨੇੜੇ ਤੇੜੇ ਕੋਈ ਪਿੰਡ ਨਹੀਂ, ਕੋਈ ਨਗਰ ਨਹੀਂ ਦਿਸਦਾ। ਇੱਕ ਬਾਰ ਦੇਈ ਕਾਚ ਰਸੋਈ ਮਮ ਮਨ ਕੀ ਲਕ ਦਰ ਪੁਨ ਸੋਈ। ਇੱਕ ਵਾਰ ਤਾਂ ਮੇਰੇ ਮਨ ਦੀ ਜਾਣ ਕੇ ਕੱਚੀ ਰਸੋਈ ਲਿਆ ਕੇ ਮੇਰੇ ਅੱਗੇ ਰੱਖੀ। ਕੱਚੀ ਰਸੋਈ ਮਤਲਬ ਇਹਨੂੰ ਦਾਲ ਸਿੱਧੇ ਨੂੰ ਇਹ ਕੱਚੀ ਰਸੋਈ ਮੰਨਦੇ ਵੀ ਇਹ ਕੱਚਾ ਸਿੱਧਾ, ਇਹ ਕੱਚੀ ਰਸੋਈ ਲਿਆ ਕੇ ਇੱਥੇ ਰੱਖੀ ਹੈ ਤੇ ਮੇਰੇ ਮਨ ਦੀ ਗੱਤ ਜਾਣ ਕਰਕੇ। ਲਿਆਇਓ ਕੌਣ ਨਾ ਜਾਣਿਓ ਜਾਏ ਮਨ ਕੀ ਗੱਤ ਨੇ ਅਪਰ ਲਖਾਏ। ਹੁਣ ਪੱਕੇ ਪਕਵਾਨ ਲਿਆ ਕੇ ਰੱਖ ਦਿੱਤੇ ਨੇ ਵੀ ਸਮਝ ਨਹੀਂ ਆਉਂਦੀ ਵੀ ਕੌਣ ਹੈ ਐਸਾ ਜਿਹਨੇ ਮੇਰੇ ਮਨ ਦੀ ਜਾਣ ਕਰਕੇ ਇੱਥੇ ਲਿਆ ਕੇ ਪਕਵਾਨ ਰੱਖੇ ਨੇ। ਪ੍ਰਭ ਬਿਨ ਔਰ ਨਹੀਂ ਏ ਕੋਈ। ਹੋਰ ਪ੍ਰਭੂ ਤੋਂ ਬਿਨਾ, ਪਰਮੇਸ਼ਰ ਤੋਂ ਬਿਨਾ, ਭਗਵਾਨ ਤੋਂ ਬਿਨਾ ਜਾਪਦਾ ਕੋਈ ਹੋਰ ਨਹੀਂ ਹੋ ਸਕਦਾ। ਹੋਰ ਕੀ ਲਕ ਲਿਆਵਤ ਭਾਸੋਈ। ਉਹੀ ਮੇਰੇ ਮਨ ਦੀ ਜਾਣ ਕੇ ਜਾਪਦਾ ਇੱਥੇ ਪਕਵਾਨ ਲਿਆ ਕੇ ਰੱਖ ਗਏ ਨੇ। ਮੈਂ ਮੁਝ ਕੋ ਦਰਸ਼ਨ ਦਿਖਰਾਇਤ ਦੋਏ ਬਾਰ ਦੇ ਅਨ ਸਿਦਾਇਤ। ਮਾਈ ਦਾਸ ਦੇ ਮਨ 'ਚ ਇਸ ਗੱਲ ਦਾ ਨਿਸ਼ਚਾ ਹੋ ਗਿਆ ਵੀ ਭਗਵਾਨ ਜੀ ਹੀ ਆਏ ਸਨ, ਪਰ ਮੇਰੇ ਮਨ ਦੀ ਜਾਣ ਕੇ ਉਹ ਮੈਨੂੰ ਦਰਸ਼ਨ ਨਹੀਂ ਦੇ ਕੇ ਗਏ ਤੇ 2 ਵੇਰੀ ਪ੍ਰਸ਼ਾਦਾ ਰੱਖ ਕੇ ਇੱਥੋਂ ਚਲੇ ਗਏ ਨੇ, ਪਰ ਉਹਨਾਂ ਨੇ ਮੈਨੂੰ ਦਰਸ਼ਨ ਨਹੀਂ ਦਿੱਤੇ। ਵਿਚਾਰ ਕਰ ਹੇਰਨ ਲਾਗਾ ਚੌਂਦਿਸ਼ ਫਿਰਤ ਭਇਓ ਵਧਿਓ ਅਨਰਾਗਾ। ਪਕਵਾਨ ਤਾਂ ਉੱਥੇ ਹੀ ਪਏ ਰਹੇ। ਮਾਈ ਦਾਸ ਕਦੇ ਸੱਜੇ ਕਦੇ ਖੱਬੇ ਕਦੇ ਇੱਧਰ ਉੱਧਰ ਵੇਖੇ ਵੀ ਹੈਣ ਕੋਥੇ ਭਗਵਾਨ ਜੀ ਸ਼ਾਇਦ ਇੱਥੇ ਕਿਤੇ ਖਲੋਤੇ ਹੀ ਨਾ ਹੋਣ, ਤੇ ਇੱਧਰ ਉੱਧਰ ਹੋ ਕੇ ਮਾਈ ਦਾਸ ਵੇਖਣ ਲੱਗਾ ਭਗਵਾਨ ਜੀ ਨੂੰ ਹੈਰਾਨ ਹੋ ਕੇ। ਰਿਓ ਰਿਓ ਤੇ ਠਾ ਪਕਵਾਨ ਇਤੁਤ ਖੋਜਤ ਭਇਓ ਹੈਰਾਨ। ਪਕਵਾਨ ਉੱਥੇ ਹੀ ਪਏ ਰਹੇ। ਇਹਦੇ ਮਨ 'ਚ ਲਟਕ ਲੱਗੀ ਹੋਈ ਜਿਹੜਾ ਪਕਵਾਨ ਰੱਖ ਗਿਆ ਉਹਦੇ ਦਰਸ਼ਨ ਹੋ ਜਾਣ, ਜਿਹੜਾ ਇਹ ਪਕਵਾਨ ਰੱਖ ਕੇ ਗਿਆ ਉਹਦੇ ਦੀਦਾਰ ਹੋ ਜਾਣ, ਤੇ ਇੱਧਰ ਉੱਧਰ ਹੈਰਾਨ ਹੋ ਕੇ ਵੇਖ ਰਿਹਾ ਹੈ। ਪ੍ਰੇਮ ਸਮੁੰਦਰ ਵਿਖੇ ਬਹਿ ਗਇਓ ਮਾਈ ਦਾਸ ਥਾਂ ਨਹਿ ਲਿਓ। ਪ੍ਰੇਮ ਦੇ ਸਮੁੰਦਰ ਵਿੱਚ ਵਹਿ ਗਿਆ। ਮਾਈ ਦਾਸ ਨੂੰ ਥਾਂ ਟਿਕਾਣਾ ਨਹੀਂ ਪਿਆ ਮਿਲਦਾ। ਰੁਦਨ ਕਰਤੇ ਅਰੂਚ ਪੁਕਾਰੈ ਨੈ ਤਨ ਕੀ ਸੁਧ ਕਛੂ ਸੰਭਾਰੈ। ਰੋਂਦਾ ਕੁਰਲਾਉਂਦਾ ਉੱਚੀ ਉੱਚੀ ਪੁਕਾਰਾਂ ਕਰਦਾ, ਸਰੀਰ ਦੀ ਵੀ ਕੋਈ ਸੰਭਾਲ ਨਹੀਂ ਰਹੀ। ਹੈ ਭਗਵਾਨ ਜੀ ਕਿੱਥੇ ਚਲੇ ਗਏ ਜੇ? ਪ੍ਰਸ਼ਾਦਾ ਰੱਖ ਕੇ ਗਏ, ਪਕਵਾਨ ਰੱਖ ਕੇ ਗਏ, ਮੈਨੂੰ ਦਰਸ਼ਨ ਤਾਂ ਦੇ ਦਿਓ। ਗੁਣ ਗਾਵਤੇ ਪਤਤੀ ਉਦਾਰਨ ਹੇ ਕਨਿਸ਼ਾਮ ਜਗਤ ਕੇ ਕਾਰਨ। ਗੁਣ ਗਾਉਂਦਾ ਮਾਈ ਦਾਸ, ਹੇ ਪਤਿਤ ਪਾਵਨ, ਹੇ ਭਗਵਾਨ, ਹੇ ਘਨਸ਼ਿਆਮ ਜੀ, ਮੈਨੂੰ ਦਰਸ਼ਨ ਦੇ ਦਿਓ ਜਗਤ ਦੇ ਕਾਰਨ ਜੀ। ਹੇ ਅਨਾਥ ਕੇ ਨਾਥ ਕਿਰਪਾਲਾ ਨਾਮ ਗਰੀਬ ਨਿਵਾਜ ਵਿਸਾਲਾ। ਹੇ ਅਨਾਥਾਂ ਦੇ ਨਾਥ, ਹੇ ਕਿਰਪਾਲੂ, ਤੁਹਾਡਾ ਨਾਮ ਗਰੀਬ ਨਿਵਾਜ ਹੈ। ਹੇ ਮਨ ਸੁੰਦਰ ਸਾਵਰ ਮੈਂ ਮਲੀਨ ਪਾਮਰ ਤੇ ਪਾਵਰ। ਹੇ ਮਨ ਨੂੰ ਮੋਹਣ ਵਾਲੇ ਸੁੰਦਰ ਸਾਵਰ ਜੀ, ਮੈਂ ਮਲੀਨ ਹਾਂ, ਪਾਮਰ ਤੋਂ ਪਾਮਰ ਹਾਂ। ਆਪਣੋ ਬਿਰਦ ਸੰਭਾਰਨ ਕਰੀਐ ਮਮ ਅਵਗੁਣ ਕੋ ਨਹੀਂ ਨਿਅਰੀਐ। ਆਪਣਾ ਬਿਰਦ ਸੰਭਾਲ ਕੇ ਭਗਵਾਨ ਜੀ ਮੈਨੂੰ ਦਰਸ਼ਨ ਦਿਓ। ਤੁਹਾਡਾ ਜਿਹੜਾ ਬਿਰਦ ਹੈ ਭਗਤਾਂ ਨੂੰ ਪਾਲਣਾ, ਸ਼ਰਨ ਚ ਪਿਆਂ ਨੂੰ ਤਾਰਨਾ, ਮੈਨੂੰ ਵੀ ਤਾਰੋ। ਹੇ ਕਿਰਪਾਲ ਦਿਓ ਦਰਸ ਗੁਸਾਈ ਪ੍ਰਥਮ ਜਥਾ ਭੋਜਨ ਦੀਏ ਆਏ। ਹੇ ਕਿਰਪਾਲ ਜੀ ਮੈਨੂੰ ਦਰਸ਼ਨ ਦਿਓ। ਭਗਵਾਨ ਜੀ ਜਿਵੇਂ ਆ ਕੇ ਪਹਿਲਾਂ ਇੱਥੇ ਪ੍ਰਸ਼ਾਦਾ ਰੱਖਿਆ, ਹੁਣ ਆ ਕੇ ਮੈਨੂੰ ਦਰਸ਼ਨ ਦਿਓ। ਇਤਿਆਦਿਕ ਪ੍ਰਭ ਕੋ ਜਸ ਕਹੈ
ਬਿਨਤੀ ਕਰਤ ਨੀਰ ਨਿਸਲੈ। ਕਹਿੰਦੇ ਇਸ ਪ੍ਰਕਾਰ ਨਾਲ ਬੇਨਤੀਆਂ ਕਰਦਾ, ਜਸ ਕਰਦਾ, ਭਗਵਾਨ ਜੀ ਦੀਆਂ ਚਰਨਾਂ 'ਚ ਬੇਨਤੀਆਂ ਕਰਦਾ ਔਰ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ। ਕਰਿਓ ਪ੍ਰੇਮ ਨੇ ਵਿਆਕੁਲ ਭਾਰਾ, ਤਬੈ ਸ਼ਿਆਮ ਗਨ ਬਿਰਦ ਸੰਭਾਰਾ। ਕਹਿੰਦੇ ਜਦੋਂ ਪ੍ਰੇਮ ਨੇ ਬੇਬਲ ਕਰ ਦਿੱਤਾ, ਮਾਈ ਦਾਸ ਵੈਸ਼ਨੂੰ ਬੇਬਲ ਹੋ ਗਿਆ ਪ੍ਰੇਮ ਕਰਕੇ, ਤੇ ਫਿਰ ਭਗਵਾਨ ਜੀ ਨੇ ਆਪਣਾ ਬਿਰਦ ਸੰਭਾਲਿਆ। ਫਿਰ ਭਗਵਾਨ ਜੀ ਨੇ ਆਪਣੇ ਬਿਰਦ ਦੀ ਸੰਭਾਲਣਾ ਕੀਤੀ। ਅਦ੍ਰਿਸ਼ ਵੈ ਕਰ ਸ਼੍ਰੀ ਭਗਵਾਨ, ਹਿਤ ਕਲਿਆਣ ਸੁ ਕਰਿਓ ਬਖਾਨ। ਸਾਹਮਣੇ ਨਹੀਂ ਆਏ ਪਰ ਅਦ੍ਰਿਸ਼ ਰੂਪ ਦੇ ਵਿੱਚ ਦਰਸ਼ਨ ਨਹੀਂ ਦਿੱਤੇ, ਕਿਉਂਕਿ ਦਰਸ਼ਨ ਆਪ ਨਹੀਂ ਕਰਕੇ ਆਇਆ ਭਗਵਾਨ ਸਰੂਪ ਗੁਰੂ ਅਮਰਦਾਸ ਸਾਹਿਬ ਦੇ। ਇਸ ਕਰਕੇ ਭਗਵਾਨ ਕ੍ਰਿਸ਼ਨ ਨੇ ਵੀ ਦਰਸ਼ਨ ਨਹੀਂ ਦਿੱਤੇ, ਅਦ੍ਰਿਸ਼ ਰੂਪ ਹੋ ਕੇ ਸਾਹਮਣੇ ਆਏ ਤੇ ਇਹਨੂੰ ਦਿਸੇ ਨਹੀਂ, ਪਰ ਬੋਲੀ ਜਿਹੜੀ ਆਵਾਜ਼ ਹੈ ਬੋਲਦੇ ਨੇ ਉਹ ਮਾਈ ਦਾਸ ਨੂੰ ਸੁਣਦੀ ਹੈ। ਮਾਈ ਦਾਸ ਭਗਤ ਤੂੰ ਮੇਰਾ, ਸਹਿਤ ਪ੍ਰੇਮ ਬੈਰਾਗ ਬਡੇਰਾ। ਆਵਾਜ਼ ਇਹ ਆਈ ਕਿ ਮਾਈ ਦਾਸ ਤੂੰ ਮੇਰਾ ਭਗਤ ਹੈ, ਤੇਰੇ ਹਿਰਦੇ ਵਿੱਚ ਮੇਰਾ ਬੜਾ ਭਾਰੀ ਪ੍ਰੇਮ ਹੈ, ਤੇਰਾ ਹਿਰਦਾ ਮੇਰੇ ਪ੍ਰੇਮ ਨਾਲ ਭਰਿਆ ਹੋਇਆ ਹੈ, ਤੂੰ ਵੈਰਾਗ ਤੇ ਪ੍ਰੇਮ ਦੇ ਸਹਿਤ ਹੈ। ਇੱਕ ਅਪਰਾਧ ਆਪਨੋ ਸੁਨੋ, ਜਹਾਂ ਪ੍ਰੇਮ ਤੈ ਨੇਮ ਨਾ ਗੁਨੋ। ਇੱਕ ਅਪਰਾਧ ਤੂੰ ਕੀਤਾ ਹੈ, ਉਹ ਅਪਰਾਧ ਸੁਣ, ਕਿਹੜਾ ਅਪਰਾਧ ਤੈਂ ਕੀਤਾ ਹੈ ਜਿਹਦੇ ਕਰਕੇ ਤੈਨੂੰ ਮੈਂ ਦਰਸ਼ਨ ਨਹੀਂ ਦੇ ਰਿਹਾ। ਉਹ ਅਪਰਾਧ ਇਹ ਹੈ, ਸੁਣ, ਜਿੱਥੇ ਪ੍ਰੇਮ ਹੁੰਦਾ ਨਾ ਉਥੇ ਨੇਮ ਨਹੀਂ ਹੋਇਆ ਕਰਦਾ। ਜਹਾਂ ਨੇਮ ਤੈ ਪ੍ਰੇਮ ਨਾ ਪੂਰਾ, ਜਾਂ ਤੇਰਿਓ ਹਿਰਦੇ ਮੈਂ ਊਰਾ। ਤੇ ਜਿੱਥੇ ਨੇਮ ਹੁੰਦਾ ਉੱਥੇ ਪ੍ਰੇਮ ਕਦੇ ਪੂਰਾ ਨਹੀਂ ਹੋ ਸਕਦਾ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ, ਤੇ ਜਿੱਥੇ ਨੇਮ ਹੋਵੇ ਕੱਲਾ ਉੱਥੇ ਪੂਰਨ ਪ੍ਰੇਮ ਨਹੀਂ ਹੁੰਦਾ। ਇਸ ਕਰਕੇ ਤੇਰਾ ਹਿਰਦਾ ਸਾਡੇ ਦਰਸ਼ਨਾਂ ਤੋਂ ਬਿਨਾ ਊਣਾ ਰਹਿ ਗਿਆ। ਜੈ ਸ਼੍ਰੀ ਸਤਿਗੁਰ ਗੋਇੰਦਵਾਲ, ਦਰਸ਼ਨ ਹਿਤ ਗਮਨਿਓ ਜਿਸ ਕਾਲ। ਜਿੱਥੇ ਗੋਇੰਦਵਾਲ ਸਾਹਿਬ 'ਚ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਿਸ ਸਮੇਂ ਤੂੰ ਉੱਥੇ ਗਿਆ ਸੀ, ਤੈਂ ਸ਼ੰਕਾ ਕਰ ਰਾਖਿਓ ਨੇਮ, ਦਰਸ਼ਨ ਕਰਿਓ ਨਾ ਛੋੜਿਓ ਪ੍ਰੇਮ। ਉੱਥੇ ਸ਼ੰਕਾ ਕਰਕੇ ਤੂੰ ਆਪਣਾ ਨੇਮ ਹੀ ਪਾਲਦਾ ਰਿਹਾ, ਤੇ ਨੇਮ ਪਾਲਣ ਕਰਕੇ ਤੂੰ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਤੇ ਪ੍ਰੇਮ ਛੱਡ ਕੇ ਆ ਗਿਆ। ਨੇਮ ਕਰਕੇ ਤੂੰ ਪ੍ਰੇਮ ਛੱਡ ਦਿੱਤਾ ਤੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ। ਲਖ ਇਹ ਸਮੇਂ ਸਰੂਪ ਸੁਮੇਰਾ, ਕਰੋ ਅਨੇਕ ਨਿਸ਼ਰੇ ਅਛੇਰਾ। ਸੁਣ, ਮੇਰੇ ਵਰਗੇ ਕਿਤਨੇ ਕ੍ਰਿਸ਼ਨ ਉਹਨਾਂ ਦੇ ਸਰੀਰ ਵਿੱਚੋਂ ਨਿਕਲਦੇ ਹਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ, ਉਹ ਅਨੰਤ ਕਲਾਵਾਂ ਲੈ ਕੇ ਇਸ ਮਾਤ ਲੋਕ ਤੇ ਆਏ, ਆਪ ਪਰਮੇਸ਼ਵਰ ਨੇ। ਮੇਰੇ ਜੈਸੇ ਕਿਤਨੇ ਕ੍ਰਿਸ਼ਨ ਉਹਨਾਂ ਦੇ ਵਿੱਚ ਹੀ ਸਮਾਏ ਹੋਏ ਨੇ। ਮੈਂ ਤਾਂ 16 ਕਲਾ ਸੰਪੂਰਨ ਆ, ਉਹ ਅਨੰਤ ਕਲਾਵਾਂ ਦੇ ਮਾਲਕ ਨੇ। ਜੇ ਦਰਸ਼ਨ ਕਰਨੇ ਨੇ ਮਾਈ ਦਾਸ, ਇਸ ਸਮੇਂ ਉਹੀ ਪੂਰਨ ਸਤਿਗੁਰੂ ਨੇ, ਜਾ ਕੇ ਉਹਨਾਂ ਦੇ ਦਰਸ਼ਨ ਕਰ। ਤੂੰ ਮਹਿਮਾ ਜਾਣਤ ਸਭ ਰੀਤ, ਰਾਖਿਓ ਨੇਮ ਪ੍ਰੇਮ ਤਜ ਚੀਤ। ਹਾਲਾਂਕਿ ਤੈਨੂੰ ਉਹਨਾਂ ਦੀ ਮਹਿਮਾ ਦਾ ਪਤਾ ਵੀ ਹੈ, ਪਰ ਤੂੰ ਆਪਣਾ ਨੇਮ ਹੀ ਪਾਲਦਾ ਰਿਹਾ ਔਰ ਉਹਨਾਂ ਦਾ ਪ੍ਰੇਮ ਛੱਡ ਕੇ ਆਇਆ। ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਮਨ 'ਚ ਸ਼ੰਕਾ ਕੀਤਾ ਹੈ। ਹਿਆ ਬੇਅਰਥ ਬਿਰਲਾਪ ਨ ਕਰੀਐ, ਹੋਏ ਨਾ ਦਰਸ਼ਨ ਅਸ ਨਿਵਰਈਐ। ਇੱਥੇ ਬਿਰਥਾ ਬਿਰਲਾਪ ਨਾ ਕਰ, ਤੈਨੂੰ ਇੱਥੇ ਮੇਰੇ ਦਰਸ਼ਨ ਹੁਣ ਹੋਣੇ ਨਹੀਂ, ਤੈਨੂੰ ਮੇਰੇ ਦਰਸ਼ਨ ਇੱਥੇ ਨਹੀਂ ਹੋ ਸਕਦੇ। ਹਟ ਅਬ ਗਮਨੋ ਗੋਇੰਦਵਾਲ, ਤੈ ਮਮ ਦਰਸ਼ਨ ਕਰੋ ਕਿਰਪਾਲ। ਜਾ ਕੇ ਹੁਣ ਗੋਇੰਦਵਾਲ ਸਾਹਿਬ ਮੁੜ ਕੇ ਚਲਾ ਜਾ, ਉਹਨਾਂ ਦੇ ਸਰੂਪ ਚੋਂ ਹੀ ਤੈਨੂੰ ਮੇਰੇ ਦਰਸ਼ਨ ਹੋਣਗੇ। ਹੁਣ ਮੇਰੇ ਵੱਖਰੇ ਦਰਸ਼ਨ ਨਹੀਂ ਹੋਣੇ ਇੱਥੇ। ਜੇ ਦਰਸ਼ਨ ਕਰਨੇ ਨੇ ਤੇ ਉਹਨਾਂ ਦੇ ਸਰੂਪ ਚੋਂ ਹੀ ਮੇਰੇ ਦਰਸ਼ਨ ਹੋਣਗੇ। ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਨੇ, ਅਵਤਾਰ ਹਨ। ਸ਼੍ਰੀ ਗੁਰੂ ਅਮਰ ਮੋਹੇ ਮੈਂ ਕੋ, ਭੇਦ ਨ ਜਾਣੋ 1,00,000 ਉਹਨਾਂ ਵਿੱਚ ਮੇਰੇ 'ਚ ਕੋਈ ਭੇਦ ਨਹੀਂ। ਮੈਂ ਉਹਨਾਂ ਤੋਂ ਹੀ ਕਲਾ ਲੈ ਕੇ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਇਆ। ਜਿਸ ਬਿਦ ਕੋ ਸਰੋਪੇ ਔਰ ਬਾਂਚੋ, ਤਹਾਂ ਜਾਏ ਦਰਸੋ ਤੋ ਆਛੋ। ਜਿਸ ਪ੍ਰਕਾਰ ਦਾ ਸਰੂਪ ਤੂੰ ਕਹੇਗਾ ਨਾ ਵੀ ਇਸ ਸਰੂਪ 'ਚ ਦਰਸ਼ਨ ਹੋਣ ਮੈਨੂੰ, ਉਸੇ ਸਰੂਪ 'ਚ ਤੈਨੂੰ ਉਹਨਾਂ ਦੇ ਸਰੂਪ 'ਚੋਂ ਦਰਸ਼ਨ ਹੋ ਜਾਣਗੇ। ਜਿਹੋ ਜਿਹੀ ਵੀ ਕਲਪਨਾ ਕਰ ਲਏਗਾ
ਉਹੋ ਜਿਹਾ ਹੀ ਤੈਨੂੰ ਉਹਨਾਂ ਦੇ ਸਰੂਪ ਚੋਂ ਦਰਸ਼ਨ ਹੋਣਗੇ। ਜਗ ਕਾਰਨ ਤਾਰਨ ਤਨ ਮੇਰਾ, ਭਗਤ ਰੂਪ ਤਰ ਸੋ ਲਿਓ ਹੀਰਾ। ਜਗਤ ਦੇ ਕਾਰਨ ਨੇ, ਉਹ ਤਨ ਧਾਰਨ ਕਰਕੇ ਆਏ ਨੇ ਇਸ ਕਰਕੇ ਕਿ ਜਗਤ ਦੇ ਜੀਵਾਂ ਨੂੰ ਤਾਰਨਾ ਹੈ, ਔਰ ਭਗਤ ਰੂਪ ਹੋ ਕੇ ਇਸ ਮਾਤ ਲੋਕ ਦੀ ਧਰਤੀ ਤੇ ਵਰਤ ਰਹੇ ਨੇ। ਆਪ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਹੋ ਕੇ ਪ੍ਰਗਟ ਨਹੀਂ ਕੀਤਾ। ਸ਼ੰਕਾ ਮਨ ਮੈਂ ਕਰੋ ਨ ਕੋਈ, ਸ਼ਰਧਾ ਧਾਰ ਦਰਸੀਐ ਸੋਈ। ਆਪਣੇ ਮਨ 'ਚ ਕੋਈ ਸ਼ੰਕਾ ਨਾ ਕਰ ਮਾਈ ਦਾਸ, ਸ਼ਰਧਾ ਧਾਰਨ ਕਰਕੇ ਉਹਨਾਂ ਦੇ ਜਾ ਕੇ ਦਰਸ਼ਨ ਕਰ, ਤੇਰਾ ਜੀਵਨ ਸਫਲ ਹੋਵੇਗਾ। ਸੁਨ ਕਹਿ ਮਾਈ ਦਾਸ ਅਧੰਬਾ, ਪਛਤਾਵਤ ਮਨ ਮਾਨੀ ਅਚੰਬਾ। ਸੁਣ ਕੇ ਮਾਈ ਦਾਸ ਬੜਾ ਅਚੰਭਤ ਹੋਇਆ, ਹੈਰਾਨ ਹੋਇਆ ਤੇ ਫਿਰ ਪਛਤਾਉਂਦਾ ਹੈ, ਕਿਹੜੀ ਉਹ ਮਾੜੀ ਘੜੀ ਸੀ ਕਿ ਮੈਂ ਗੋਇੰਦਵਾਲ ਸਾਹਿਬ ਤੋਂ ਵਾਪਸ ਮੁੜ ਆਇਆ। ਨਿਸ਼ਚੈ ਭਇਓ ਮੋਰੇ ਅਪਰਾਧੋ, ਹਿਆ ਦਰਸ ਕੈਸੇ ਅਬਲਾਦੋ। ਨਿਸ਼ਚਾ ਹੋ ਗਿਆ ਵੀ ਮੈਂ ਬੜਾ ਅਪਰਾਧ ਕੀਤਾ, ਮੈਂ ਬੜਾ ਵੱਡਾ ਗੁਨਾਹ ਕੀਤਾ ਕਿ ਉਹਨਾਂ ਦੇ ਦਰਸ਼ਨ ਨਹੀਂ ਕਰਕੇ ਆਇਆ। ਹੁਣ ਇੱਥੇ ਆ ਕੇ ਮੈਂ ਦਰਸ਼ਨ ਕਰਨਾ ਚਾਹੁੰਦਾ ਸੀ, ਇੱਥੇ ਮੈਨੂੰ ਭਲਾ ਕਿਵੇਂ ਦਰਸ਼ਨ ਹੋ ਜਾਂਦੇ ਜੇ ਮੈਂ ਉੱਥੇ ਨਹੀਂ ਕਰਕੇ ਆਇਆ। ਪਾਰ ਬ੍ਰਹਮ ਸ਼੍ਰੀ ਸਤਿਗੁਰ ਰੂਪ, ਜਗ ਮੈਂ ਕੀਰਤ ਬਿਮਲ ਅਨੂਪ। ਪਾਰ ਬ੍ਰਹਮ ਸ੍ਰੀ ਸਤਿਗੁਰੂ ਜੀ ਦਾ ਸਰੂਪ ਹਨ, ਔਰ ਇਹਨਾਂ ਜਗਤ ਵਿੱਚ ਉਹਨਾਂ ਦੀ ਬੜੀ ਬਿਮਲ ਮਲ ਰਹਿਤ ਉਜਵਲ ਕੀਰਤ ਸਭ ਪਾਸੇ ਪਸਰ ਰਹੀ ਹੈ। ਸੰਯਮ ਸੋ ਭੋਜਨ ਕੋ ਖਾਨਾ, ਇਸ ਨੇਮੋ ਕੋ ਕੀਨ ਹੈਰਾਨਾ। ਸੋਚਦਾ ਵੀ ਆ ਜਿਹੜਾ ਮੈਂ ਮਰਿਆਦਾ ਨਾਲ ਪ੍ਰਸ਼ਾਦਾ ਛਕਦਾ ਸੰਜਮ ਦੇ ਨਾਲ, ਇਹਨੇ ਮੈਨੂੰ ਬੜਾ ਹੈਰਾਨ ਕੀਤਾ, ਬੜਾ ਖਰਾਬ ਕੀਤਾ ਵੀ ਇਹ ਨੇਮ ਰੱਖਣ ਵਾਸਤੇ ਮੈਂ ਪ੍ਰੇਮ ਹੀ ਛੱਡ ਆਇਆ। ਨੇਮ ਇਸ ਕਰਕੇ ਅਸੀਂ ਰੱਖਦੇ ਹਾਂ ਵੀ ਨੇਮ ਸਾਨੂੰ ਪ੍ਰੇਮ ਦੇ ਦਰਵਾਜ਼ੇ ਤੱਕ ਲੈ ਕੇ ਜਾਂਦਾ ਹੈ, ਪਰ ਜਦੋਂ ਪ੍ਰੇਮ ਦੇ ਦਰਵਾਜ਼ੇ ਤੇ ਪਹੁੰਚ ਜਾਈਏ ਉੱਥੇ ਜਾ ਕੇ ਨੇਮ ਆਪਣੇ ਆਪ ਹੀ ਛੁੱਟ ਜਾਂਦਾ ਹੈ। ਨੇਮ ਪ੍ਰੇਮ ਦੇ ਦਰਵਾਜ਼ੇ ਤੱਕ ਲੈ ਕੇ ਜਾਂਦਾ, ਪਰ ਮੇਰੇ ਇਸ ਨੇਮ ਨੇ ਮੈਨੂੰ ਬੜਾ ਖਰਾਬ ਕੀਤਾ, ਖੁਆਰ ਕੀਤਾ ਹੈ। ਔਰ ਕਰ ਸਰ ਮਿਲੋ ਅਬ ਜਾਏ, ਤੈ ਸ਼੍ਰੀ ਕ੍ਰਿਸ਼ਨ ਰੂਪ ਦਰਸਾਈ। ਔਰ ਹਿਰਦੇ ਨੂੰ ਸਰਲ ਕਰਕੇ ਮੈਂ ਉਹਨਾਂ ਨੂੰ ਜਾ ਕੇ ਮਿਲਾਂ ਤੇ ਮੈਨੂੰ ਉਹਨਾਂ ਦੇ ਸਰੂਪ ਚੋਂ ਹੀ ਕ੍ਰਿਸ਼ਨ ਜੀ ਦੇ ਦਰਸ਼ਨ ਹੋ ਜਾਣ। ਕ੍ਰਿਸ਼ਨ ਭਗਤ ਸੀ ਨਾ, ਸੋਚਦਾ ਵੀ ਉਹਨਾਂ ਦੇ ਸਰੂਪ ਚੋਂ ਕ੍ਰਿਸ਼ਨ ਜੀ ਦੇ ਹੀ ਦਰਸ਼ਨ ਹੋਣ, ਉਹਨਾਂ ਦੇ ਸਰੂਪ ਚੋਂ ਹੀ ਮੈਨੂੰ ਭਗਵਾਨ ਜੀ ਦੇ ਦਰਸ਼ਨ ਹੋ ਜਾਣਗੇ। ਇਮ ਨਿਸ਼ਚੈ ਕਰ ਭੋਜਨ ਖਾਇਓ, ਹਟਿਓ ਤਹਾਂ ਤੇ ਪ੍ਰੇਮ ਵਧਾਇਓ। ਇਦਾਂ ਨਿਸ਼ਚੈ ਕਰਕੇ ਭੋਜਨ ਛਕ ਲਿਆ, ਉੱਥੇ ਆਪਣਾ ਇਹਨੇ ਵਰਤ ਤੋੜਿਆ, ਨੇਮ ਵੀ ਤੋੜ ਦਿੱਤਾ। ਇਹ ਨਹੀਂ ਵੇਖਿਆ ਵੀ ਹੁਣ ਕਿਹੜੀ ਜਗ੍ਹਾ ਤੇ ਬੈਠਾ ਹਾਂ ਕਿ ਹੁਣ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਮਾਈ ਦਾਸ ਜਿਵੇਂ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਗੋਇੰਦਵਾਲ ਸਾਹਿਬ ਪੁੱਜ ਰਿਹਾ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਵਾਹਿਗੁਰੂ।